ਸਤਨਾਮ ਵਾਹਿਗੁਰੂ ਸਾਹਿਬ ਜੀ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਤੇ ਆਵਨ। ਸਹਿਜ ਸਮਾਵਨ ਸੰਗ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਮ। ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਉ। ਕਉ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਢੀਐ, ਵਿਰਲੇ ਕੇਈ ਕੇ। ਬੇਸੁਮਾਰ ਅਥਾਹ ਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਨੈਣ ਨਿਹਾਰੋ ਤੁਝ ਕੋ, ਸ਼੍ਰਵਨ ਸੁਨੋ ਤੋ ਨਾਉ। ਬੈਨ ਉਚਰੋ ਤੋ ਨਾਮ ਜੀ, ਚਰਨ ਕਮਲ ਰਿਦ ਠਾਉ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ। ਚਰਨ ਕਮਲ ਕੀ ਮੌਜ ਮਹਿ, ਰਹੋ ਅੰਤਿਆਰਿਆਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਮਤ ਹੈ, ਅਪਾਰ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਾਡੇ ਇਸ ਅਮੋਲਕ ਮਨੁੱਖਾ ਜਨਮ ਦੇ ਵਿੱਚ ਸਾਨੂੰ ਸ਼ਬਦ ਦੀ ਸਾਧਨਾ ਕਰਨ ਦਾ, ਅਮੋਲਕ ਨਾਮ ਧਨ ਸੰਚਣ ਦਾ, ਗੁਰੂ ਕੀ ਗਿਆਨ ਰੂਪ ਬਖਸ਼ਿਸ਼ ਪ੍ਰਾਪਤ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹੋ,
ਜੋ ਆਪ ਕੀ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਣ ਰਹੇ ਸੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਗਿਆਨ ਤੱਤ ਗਿਆਨ ਦੇ ਸੂਤਰਿਕ ਉਪਦੇਸ਼ਾਂ ਦੇ ਰੂਪ ਵਿੱਚ ਆਪ ਜੀ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਨੈਣ ਨਿਹਾਰੋ ਤੁਝ ਕਉ, ਸ਼ਰਵਨ ਸੁਨੋ ਤੋ ਨਾਉ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ, ਕਬੀਰ ਹੰਸ ਉੱਡਿਓ ਤਨ ਗਾਡਿਓ। ਜਿਹੜਾ ਜੀਵ ਸੰਸਾਰ ਦੇ ਵਿੱਚ ਸਿਮਰਨਮਈ ਕਰਮਾਂ ਤੋਂ ਵਿਹੂਣਾ ਰਹਿ ਜਾਂਦਾ ਹੈ, ਜਿਹਦੀ ਚੇਤਨਾ ਸੰਸਾਰ ਦੇ ਪਦਾਰਥਾਂ ਮਾਇਆ ਦੇ ਵਿਕਾਰਾਂ ਤੱਕ ਸੀਮਤ ਰਹਿ ਜਾਂਦੀ ਹੈ, ਅਤੇ ਜਿਹੜੀ ਸੁਰਤ ਦਾ ਹਿੱਸਾ ਕੇਵਲ ਸਰੀਰ ਦੇ ਆਕਾਰ ਤੱਕ ਸੀਮਤ ਰਹਿ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦ ਮ੍ਰਿਤੂ ਦਾ ਸੰਕਟ ਵਾਪਰਦਾ ਹੈ ਅਤੇ ਸੀਮਤ ਚੇਤਨਾ ਕਰਕੇ, ਬੰਦਗੀ ਦੇ ਕਰਮਾਂ ਤੋਂ ਵਿਹੂਣਾ ਕਰਕੇ, ਪਦਾਰਥਾਂ ਦੇ ਮੋਹ ਕਰਕੇ, ਉਸ ਸਮੇਂ ਜਿਹੜਾ ਮ੍ਰਿਤੂ ਦਾ ਸੰਕਟ ਹੈ ਉਹ ਵੀ ਮਨੁੱਖ ਨੂੰ ਨਹੀਂ ਜਗਾ ਸਕਦਾ। ਅਤੇ ਮਨੁੱਖ ਦੀ ਇਹ ਗਫਲਤ ਵਾਲੀ ਹਾਲਤ ਐਸੀ ਹੈ ਕਿ ਅੰਤਮ ਸਮੇਂ ਵੀ ਆਪਣੇ ਜਿਹੜੇ ਦੁਨਿਆਵੀ ਹਿੱਤ ਜਾਂ ਦੁਨਿਆਵੀ ਕਾਰਜ ਪੂਰੇ ਕਰਨੇ ਨੇ, ਜਿਹੜੇ ਕਾਰਜਾਂ ਕਰਕੇ ਜੀਵਨ ਦੇ ਵਿੱਚ ਅਸਫਲ ਹੋ ਗਿਆ ਹੈ, ਤਾਂ ਵੀ ਉਹਨਾਂ ਕਾਰਜਾਂ ਦਾ ਹੀ ਜ਼ਿਕਰ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜਿਹੜਾ ਜੀਵਨ ਹੈ ਨਾ ਤਾਂ ਉਹ ਇੱਕ ਦਿਨ 'ਚ ਮਲੀਨ ਹੁੰਦਾ ਹੈ, ਨਾ ਉਹ ਇੱਕ ਦਿਨ ਦੇ ਵਿੱਚ ਸ਼ਵੱਛ ਹੁੰਦਾ। ਜੇ ਇੱਕ ਦਿਨ ਦੇ ਵਿੱਚ ਹੁੰਦਾ ਉਹ ਪ੍ਰਭੂ ਦੀ ਕਿਰਪਾ ਦੇ ਨਾਲ। ਜੇ ਅਸੀਂ ਸਾਧਨਾ ਦੇ ਨੁਕਤੇ ਤੋਂ ਦੇਖੀਏ ਤਾਂ ਇਹਨੂੰ ਮਲੀਨ ਹੋਣ ਲੱਗਿਆ ਵੀ ਸਮਾਂ ਲੱਗਦਾ ਹੈ, ਸ਼ਵੱਛ ਹੋਣ ਲੱਗਿਆ ਵੀ ਸਮਾਂ ਲੱਗਦਾ। ਇਸੇ ਪ੍ਰਕਾਰ ਇਸ ਅੱਜ ਵਾਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕੱਲ੍ਹ ਵਾਲੀ ਜਿਹੜੀ ਸਮੱਸਿਆ ਪੈਦਾ ਹੁੰਦੀ ਹੈ ਕਿ ਜਿਹੜੇ ਜੀਵ ਦੇ ਆਖਰ ਸਮੇਂ ਤੱਕ ਉਹਦੇ ਮਨ ਮਸਤਕ 'ਤੇ ਦੁਨਿਆਵੀ ਸੰਸਾਰ ਦਾ, ਪਦਾਰਥਾਂ ਦਾ ਜਾਂ ਹੋਰ ਮਨਮੁਖੀ ਕਰਮਾਂ ਦਾ ਪ੍ਰਭਾਵ ਰਹਿੰਦਾ, ਇਹਦੇ ਤੋਂ ਕਿਵੇਂ ਛੁੱਟਿਆ ਜਾਏ, ਫਿਰ ਇਹਦਾ ਕੀ ਯਤਨ ਕੀਤਾ ਜਾਏ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਨੈਣ ਨਿਹਾਰੋ ਤੁਝ ਕਉ, ਸ਼ਰਵਨ ਸੁਨੋ ਤੋ ਨਾਉ। ਹੁਣ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੀ ਪਹਿਲੀ ਅਵਸਥਾ ਵਾਪਰੀ, ਜਿਹਦੇ ਵਿੱਚ ਅੰਤਮ ਸਮੇਂ ਸੰਬੰਧੀਆਂ ਦੀ, ਪਦਾਰਥਾਂ ਦੀ ਮੰਗ ਕਰਦਾ ਹੈ ਜਾਂ ਜਿਹਦੇ ਕਰਕੇ ਭੈ ਪੈਦਾ ਹੋ ਰਿਹਾ ਹੈ, ਉਹਦਾ ਕਾਰਨ ਇਹ ਨਹੀਂ ਸੀ ਕਿ ਮੌਤ ਭੈਦਾਇਕ ਹੁੰਦੀ ਹੈ। ਉਹਦਾ ਕਾਰਨ ਸੀ ਕਿ ਜੀਵਨ ਜਿਉਣ ਦੀ ਕੋਈ ਕਲਾ ਨਹੀਂ ਸੀ ਕੋਲ। ਉਹਦਾ ਅਰਥ ਇਹ ਸੀ ਕਿ ਜੇ ਜੀਵਨ ਜਿਉਣ ਦੀ ਕਲਾ ਹੁੰਦੀ ਤਾਂ ਮੌਤ ਦਾ ਡਰ ਭੈ ਭੀਤ ਨਾ ਕਰਦਾ, ਅੰਤਮ ਸਮੇਂ ਸੰਬੰਧੀਆਂ ਦੀ ਮੰਗ ਨਾ ਕਰਦਾ, ਪਦਾਰਥਾਂ ਵੱਲ ਆਪਣਾ ਧਿਆਨ ਨਾ ਰੱਖਦਾ, ਜਾਂ ਕੇਵਲ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਸਮਝ ਕੇ ਮਾਨਸਿਕ ਤੌਰ 'ਤੇ ਭੈਗ੍ਰਸਤ ਨਾ ਹੁੰਦਾ, ਜੇ ਉਚੇ ਕਿਸੇ ਆਦਰਸ਼ ਵਿੱਚ ਜੀਵਨ ਜੀਵਿਆ ਹੁੰਦਾ। ਤਾਂ ਹੁਣ ਭਗਤ ਕਬੀਰ ਸਾਹਿਬ ਜੀ ਹੱਲ ਪੇਸ਼ ਕਰਦੇ ਹਨ, ਕਬੀਰ ਨੈਣ ਨਿਹਾਰੋ ਤੁਝ ਕਉ। ਸਾਡੇ ਕੋਲੋਂ ਇੱਕ ਹੈ ਪਰਮ ਚੇਤਨਾ। ਉਹ ਚੇਤਨਾ ਸਫੁਰ ਹੁੰਦੀ ਹੈ ਨੇਤਰਾਂ ਦੀ ਰੌਸ਼ਨੀ ਦੁਆਰਾ, ਕੰਨਾਂ ਦੇ ਸੁਣਨ ਦੁਆਰਾ, ਚਮੜੀ ਦੇ ਸਪਰਸ਼ ਦੁਆਰਾ, ਜ਼ੁਬਾਨ ਦੇ ਬੋਲਣ ਦੁਆਰਾ, ਚਿੱਤ ਦੇ ਜਿਹੜਾ ਹੈ ਯਾਦ ਦੁਆਰਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਮਨੁੱਖ ਨੇ ਕੀਤਾ ਕਿ ਪਿਛਲੀ ਜਿਹੜੀ ਸਮੱਸਿਆ ਸੀ ਕਿ ਜੋ ਕੁਝ ਦੇਖਿਆ ਉਹਦੇ ਦੇਖਣ ਨੂੰ ਆਕਾਰ ਕਰਕੇ, ਰੂਪ ਕਰਕੇ, ਰੰਗ ਕਰਕੇ ਅਤੇ ਸਥਾਨ ਕਰਕੇ ਨੋਟ ਕੀਤਾ। ਅਸੀਂ ਜਿੰਨਾ ਕੁਝ ਵੀ ਦੇਖਿਆ ਅਜੇ ਤੱਕ ਉਹਨੂੰ ਪਹਿਲਾਂ ਤਾਂ ਆਕਾਰ ਕਰਕੇ, ਸਾਨੂੰ ਪਤਾ ਇਸ ਤਰ੍ਹਾਂ ਦਾ ਆਕਾਰ ਨਜ਼ਰ ਆਇਆ, ਇਹ ਮਨੁੱਖ ਹੈ। ਚਾਰ ਲੱਤਾਂ ਵਾਲਾ ਆਕਾਰ ਨਜ਼ਰ ਆਇਆ, ਪਸ਼ੂ ਹੈ। ਇਸ ਤਰ੍ਹਾਂ ਜਿੰਨਾ ਕੁਝ ਦੇਖਿਆ ਆਕਾਰ ਦੇ ਵਿੱਚ, ਆਕਾਰ ਤੋਂ ਬਾਅਦ ਰੂਪ ਦੇ ਤੌਰ 'ਤੇ ਦੇਖਿਆ ਕਿ ਇਸ ਦਾ ਰੂਪ ਮਨੁੱਖ ਜਾਤੀ ਨਾਲ ਮਿਲਦਾ ਹੈ, ਇਹਦਾ ਪਸ਼ੂ ਸ਼੍ਰੇਣੀ ਦੇ ਨਾਲ ਮਿਲਦਾ ਹੈ। ਫਿਰ ਰੰਗ ਕਰਕੇ ਯਾਦ ਰੱਖਿਆ ਅਤੇ ਫਿਰ ਸਥਾਨ ਕਰਕੇ ਯਾਦ ਰੱਖਿਆ। ਤਾਂ ਇਸੇ ਪ੍ਰਕਾਰ ਹੁਣ ਸੰਸਾਰ ਦਾ ਜਿੰਨਾ ਬੋਧ ਹੈ ਬੰਦੇ ਨੇ,
ਉਹਦੀ ਸੁਰਤ ਹੈ ਪਰਮ ਚੇਤਨਾ, ਮਤਲਬ ਬਹੁਤ ਕੁਝ ਵੱਡਾ ਸਮਾ ਸਕਦੀ ਹੈ। ਪਰ ਇਹਨੇ ਜਿਹੜਾ ਸੰਸਾਰ ਦਾ ਬੋਧ ਆਪਣੇ ਅੰਦਰ ਪੈਦਾ ਕੀਤਾ ਹੈ, ਉਹ ਆਕਾਰ ਕਰਕੇ, ਰੂਪ ਕਰਕੇ, ਰੰਗ ਕਰਕੇ ਅਤੇ ਸਥਾਨ ਕਰਕੇ ਪੈਦਾ ਕੀਤਾ ਹੈ। ਹੁਣ ਜਿਸ ਅਧਿਆਤਮ ਦੇ ਮਾਰਗ 'ਤੇ ਚੱਲਣਾ ਹੈ ਜਾਂ ਜਿਸ ਪਰਮ ਹਸਤੀ ਦੇ ਵਿੱਚ ਇਹਨੇ ਅਭੇਦ ਹੋਣਾ ਹੈ, ਉਹਦੇ ਬਾਰੇ ਬਾਣੀ ਜ਼ਿਕਰ ਆਉਂਦਾ ਕਿ ਉਹ ਆਕਾਰ ਤੋਂ ਰਹਿਤ ਹੈ, ਰੂਪ ਤੋਂ ਵੀ ਰਹਿਤ ਹੈ, ਰੰਗ ਤੋਂ ਵੀ ਰਹਿਤ ਹੈ, ਸਥਾਨ ਤੋਂ ਵੀ ਰਹਿਤ ਹੈ। ਜਾਪ ਸਾਹਿਬ ਦੀ ਬਾਣੀ ਦਾ ਆਰੰਭ ਆਪ ਜੀ ਜਾਣਦੇ ਹੋ, ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ ਤੇ ਗੁਣ ਤੇ ਪ੍ਰਭ ਪਿੰਨ। ਇਹ ਸੁਖਮਨੀ ਸਾਹਿਬ ਦੀ ਬਾਣੀ 'ਚ ਵਾਕ ਆਉਂਦੇ ਹਨ, ਜਾਪ ਸਾਹਿਬ ਦੀ ਬਾਣੀ ਦੇ ਵਿੱਚ ਵੀ ਵਾਕ ਆਉਂਦੇ ਨੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਹੁਣ ਇਸੇ ਪ੍ਰਕਾਰ ਮਨੁੱਖ ਦੀ ਚੇਤਨਾ ਜਿਹੜੀ ਹੈ, ਉਹ ਜਦੋਂ ਸੀਮਤ ਹੋਣ ਲੱਗਦੀ ਹੈ, ਤਾਂ ਉਹ ਹਰੇਕ ਚੀਜ਼ ਨੂੰ ਇਹਨਾਂ ਚਾਰ ਹਿੱਸਿਆਂ ਦੇ ਤਹਿਤ ਵਾਚ ਕੇ ਆਪਣੇ ਅੰਦਰ ਦਖਲ ਦਿੰਦੀ ਹੈ। ਹੁਣ ਜੁੜਨਾ ਅਸੀਂ ਆਪਣੇ ਆਪ ਨੂੰ ਸਰੀਰ ਤੋਂ, ਆਪਣੇ ਮਨ ਤੋਂ ਮੁਕਤੀ ਪਾ ਕੇ, ਅਤੇ ਜਿਹੜਾ ਸਾਡਾ ਅਸਲ ਸਰੂਪ ਜੋਤ ਸਰੂਪ ਬਚਦਾ ਹੈ, ਮੰਜ਼ਿਲ ਤਾਂ ਸਾਡੀ ਉਹਦੇ ਵਿੱਚ ਅਭੇਦ ਹੋਣਾ ਹੈ। ਉਸ ਮੰਜ਼ਿਲ ਦੇ ਵਿੱਚ ਅਭੇਦ ਹੋਣਾ, ਅਤੇ ਫਿਰ ਇਸ ਕਰਕੇ ਜਿੰਨਾ ਕੁਝ ਦੇਖਣਾ ਹੈ ਉਹਨੂੰ ਆਕਾਰ ਦੇ ਵਿੱਚ, ਰੂਪ ਦੇ ਵਿੱਚ, ਰੰਗ ਦੇ ਵਿੱਚ ਅਤੇ ਸਥਾਨ ਦੇ ਵਿੱਚ ਦੇਖਦਿਆਂ ਹੋਇਆਂ ਵੀ ਉਹਨੂੰ ਨਿਰਾਕਾਰ, ਅਰੂਪ ਅਤੇ ਰੰਗ ਰਹਿਤ ਕਰਕੇ ਦੇਖਣਾ ਹੈ। ਅਤੇ ਜਦੋਂ ਇਸ ਤਰ੍ਹਾਂ ਦਾ ਦੇਖਣਾ ਹੋਏਗਾ ਮਨੁੱਖ ਦਾ, ਅਤੇ ਉਹਨੂੰ ਕਿਹਾ ਜਾਏਗਾ ਕਿ ਇਹਦਾ ਇਹ ਦੇਖਣਾ ਆਤਮਿਕ ਜੀਵਨ ਦੇ ਨਾਲ ਇੱਕ ਸੁਰ ਹੈ। ਇੱਕ ਇਸ ਤਰ੍ਹਾਂ ਦੀ ਜਿਹੜੀ ਜੀਵਨ ਦੀ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ, ਮਤਲਬ ਜਿਹੜੇ ਪ੍ਰਭੂ ਭਗਤੀ ਵਿੱਚ ਜਾਂਦੇ ਨੇ, ਉਹਨਾਂ ਦੀ ਸੁਰਤ ਦੇ ਜਿਹੜੇ ਅਮਲ ਉਹਨਾਂ ਦੇ ਜੀਵਨ 'ਚ ਪੈਦਾ ਹੁੰਦੇ ਨੇ, ਕਿਹੋ ਜਿਹੇ ਹੁੰਦੇ ਨੇ। ਕਹਿੰਦੇ ਕੋਈ ਪ੍ਰਭੂ ਦਾ ਪਿਆਰਾ ਭਗਤੀ ਕਰ ਰਿਹਾ ਸੀ, ਅਤੇ ਕਿਸੇ ਪ੍ਰੇਮੀ ਦੀ ਪ੍ਰੇਮਿਕਾ ਉਹਦੇ ਅੱਗੋਂ ਲੰਘੀ, ਤਾਂ ਜਦੋਂ ਉਹਨੂੰ ਪਤਾ ਸੀ ਕਿ ਇਸ ਤਰਫ ਗੁਜ਼ਰੀ ਹੈ, ਇੱਥੋਂ ਲੰਘ ਕੇ ਗਈ ਹੈ, ਉਹਨੇ ਉਸ ਪਰਮੇਸ਼ਰ ਦੇ ਭਗਤੀ ਕਰਨ ਵਾਲੇ ਪਿਆਰੇ ਨੂੰ ਪੁੱਛਿਆ ਕਿ ਇੱਥੋਂ ਕੋਈ ਇਸਤਰੀ ਲੰਘਦੀ ਦੇਖੀ ਤੂੰ? ਉਹਦਾ ਉੱਤਰ ਸੀ, ਕਹਿੰਦਾ ਨਾ ਇਸਤਰੀ ਦੇਖੀ, ਨਾ ਮਰਦ ਦੇਖਿਆ, ਇੱਕ ਹੱਡੀਆਂ ਦਾ ਢਾਂਚਾ ਦੇਖਿਆ। ਅਤੇ ਇਹਦਾ ਭਾਵ ਸੀ ਕਿ ਸੰਸਾਰ ਦੇ ਵਿੱਚ ਆਕਾਰ ਦੇ ਵਿੱਚ ਵਿਚਰ ਰਿਹਾ ਹੈ, ਪਰ ਨਿਰਾਕਾਰ ਦਾ ਅਭਿਆਸ ਕਰ ਰਿਹਾ ਹੈ। ਇਸ ਕਰਕੇ ਅਸੀਂ ਜਿਹੜੀ ਅੱਜ 3 ਜੈਂਡਰ ਚੱਲਦੇ ਨੇ ਸਾਡੇ, ਮੇਲ, ਫੀਮੇਲ ਅਤੇ ਇੱਕ ਟਰਾਂਸਜੈਂਡਰ। ਹੁਣ ਇਹ ਤਾਂ 3 ਨੇ, ਇਹਦੇ ਵਿੱਚ ਹੀ ਜਗਤ ਦੀ ਸਾਰੀ ਸਿਲਸਿਲਾ ਚੱਲਦਾ, ਚਾਹੇ ਪਸ਼ੂ ਜਾਤੀ ਹੋਵੇ, ਚਾਹੇ ਮਨੁੱਖ ਜਾਤੀ ਹੋਵੇ। ਪਰ ਜਿਹੜੀ ਜੋਤ ਸਾਡੇ ਅੰਦਰ ਉਤਰੀ ਹੈ, ਉਹਦਾ ਕੀ ਜੈਂਡਰ ਬਣਾਵਾਂਗੇ? ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਨੈਣ ਨਿਹਾਰੋ ਤੁਝ ਕਉ ਮਾਲਕ, ਮੇਰਾ ਦੇਖਣਾ ਤੈਨੂੰ ਇਸ ਤਰ੍ਹਾਂ ਹੈ, ਭਾਵੇਂ ਆਕਾਰ ਬਣ ਰਹੇ ਨੇ। ਹੁਣ ਮੂਲ ਮੰਤਰ ਦੀ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਅਕਾਲ ਮੂਰਤ, ਕਿ ਉਹਦੀ ਮੂਰਤ ਬਣੀ ਹੋਈ ਹੈ, ਪਰ ਜਿੰਨੀਆਂ ਮੂਰਤਾਂ ਬਣੀਆਂ, ਇਹ ਸਾਰੀਆਂ ਮੂਰਤਾਂ ਉਹਦੀ ਜਿਹੜੀ ਹੈ, ਕੀ ਕਹਿੰਦੇ ਅਸੀਂ, ਕਿ ਪ੍ਰਦਰਸ਼ਨੀ ਨਹੀਂ ਕਰ ਸਕਦੀਆਂ। ਭਾਵੇਂ ਅਨੇਕਾਂ ਮੂਰਤਾਂ ਸਾਜੀਆਂ ਨੇ, ਅਣਗਿਣਤ ਸਾਜੀਆਂ ਨੇ, ਅਨੇਕਾਂ ਰੰਗ ਨੇ, ਪਰ ਸਾਰੇ ਰੰਗ ਮਿਲ ਕੇ ਉਹਦੇ ਪਰਮ ਸਰੂਪ ਦਾ ਚਿੱਤਰਣ ਨਹੀਂ ਕਰ ਸਕਦੇ। ਅਨੇਕਾਂ ਸਥਾਨ ਬਣੇ ਨੇ, ਪਰ ਉਹਦਾ ਜਿਹੜਾ ਪਰਮ ਸਥਾਨ ਹੈ, ਉਹ ਸਥਾਨ ਨਹੀਂ ਕਰ ਸਕਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹੜਾ ਹੁਣ ਜੀਵਨ ਦੇ ਵਿੱਚ ਜਾਗਣਾ ਹੈ, ਉਹਦੇ ਵਿੱਚ ਪਹਿਲਾਂ ਸਾਨੂੰ ਕਰਮ ਸਮਝ ਆਇਆ। ਹੁਣ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਨੈਣ ਨਿਹਾਰੋ। ਹੁਣ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਗਿਆਨ ਹੈ ਨਾ, ਅਸੀਂ ਉਹ ਸਭ ਤੋਂ ਪਹਿਲਾਂ ਆਪਣੇ ਅੱਖਾਂ ਦੁਆਰਾ ਲੈਣਾ ਸ਼ੁਰੂ ਕਰਦੇ ਹਾਂ, ਫਿਰ ਸਾਨੂੰ ਸ਼ੋਅ ਦੁਆਰਾ ਗਿਆਨ ਹੋਣਾ ਸ਼ੁਰੂ ਹੁੰਦਾ, ਅਤੇ ਫਿਰ ਬਾਣੀ ਦੁਆਰਾ। ਜਿਵੇਂ ਦੇਖੋ ਬੱਚਾ ਹੈ, ਸਾਡੇ ਘਰਾਂ ਦੇ ਵਿੱਚ ਹੁੰਦੇ ਨੇ, ਉਹ ਜਿਸ ਗ੍ਰਹਿ ਦੇ ਵਿੱਚ ਪੈਦਾ ਹੋਇਆ ਹੈ, ਕਿਉਂਕਿ ਉਹਦੀ ਬੁੱਧੀ ਅਜੇ ਵਿਕਸਿਤ ਨਹੀਂ ਹੈ, ਉਹਦੇ ਇਮੋਸ਼ਨ ਦਾ ਵੀ ਉਹਨੂੰ ਕੁਝ ਨਹੀਂ ਪਤਾ, ਉਹ ਆਪਣੇ ਆਪ 'ਚ ਬਿਲਕੁਲ ਅਚੇਤ ਹੈ। ਫਿਰ ਉਹ ਜਿਹੜੀ ਅਕਸ ਨੂੰ ਰੋਜ਼-ਰੋਜ਼ ਦੇਖਦਾ ਜਾਂਦਾ ਹੈ, ਉਸ ਅਕਸ਼ ਦੇ ਨਾਲ ਜਿਹੜੀ ਉਹਦੇ ਅੰਦਰ ਸ਼ੋਅ ਪੈਦਾ ਹੁੰਦੀ, ਉਹਨੂੰ ਪਤਾ ਲੱਗ ਜਾਂਦਾ ਕਿ ਆਹ ਨਕਸ਼ ਮੈਂ ਦੇਖਦਾ ਹਾਂ, ਇਹਦੀ ਸ਼ੋਅ ਮੈਨੂੰ ਮਤਲਬ ਸਹਿਲਾਉਣ ਵਾਲੀ ਹੈ, ਮੈਨੂੰ ਖਿਡਾਉਣ ਵਾਲੀ ਹੈ, ਮੈਨੂੰ ਫੀਡਿੰਗ ਕਰਨ ਵਾਲੀ ਹੈ। ਫਿਰ ਉਹ ਨਕਸ਼ ਦੇ ਦੁਆਰਾ ਗਿਆਨ ਅੰਦਰ ਵਸਾਉਂਦਾ ਹੈ, ਅਤੇ ਉਹਦੇ ਪਹਿਲਾਂ ਨਕਸ਼ ਦੁਆਰਾ, ਫਿਰ ਸ਼ੋਅ ਦੁਆਰਾ ਉਹਦੇ ਨਾਲ ਸੰਬੰਧ ਪੈਦਾ ਕਰਦਾ ਹੈ, ਅਤੇ ਉਹਦਾ ਸੰਸਾਰ ਦੇ ਨਾਲ ਨਾਤਾ ਬਣਨਾ ਸ਼ੁਰੂ ਹੁੰਦਾ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਮਨੁੱਖ ਮਾਤਾ ਦਾ ਅਕਸ ਦੇਖਦਾ ਹੈ, ਦੁਨਿਆਵੀ ਤੌਰ 'ਤੇ ਸੰਬੰਧ ਮਿਲਿਆ ਹੈ ਜੀਵਨ ਦੀ ਭਰਪੂਰਤਾ ਦੇ ਲਈ, ਸੁਹਾਵਣੇਪਣ ਦੇ ਲਈ। ਪਰ ਹੁੰਦਾ ਕੀ ਹੈ ਕਿ ਜਿਹੜੀ ਸਮੱਸਿਆ ਵਾਪਰਦੀ ਹੈ ਕਿ ਮਾਤਾ ਦੇ ਦੁਆਰਾ ਮੁਹੱਬਤ, ਸਨੇਹ, ਤਿਆਗ ਸਭ ਕੁਝ ਹੰਢਾ ਰਿਹਾ ਹੈ ਆਪਣੇ ਜੀਵਨ ਦਾ, ਪਰ ਇਸ ਨੂੰ ਹੰਢਾਉਂਦਿਆਂ ਉਹ ਕਿਸੇ ਮਾਤਾ ਦੁਆਰਾ ਜਿਹੜਾ ਪ੍ਰਭੂ ਦਾ ਕਿਰਪਾ ਰੂਪ ਰਿਵੀਲਡ ਹੋ ਰਿਹਾ ਹੈ, ਉਹਦੇ ਨਾਲ ਨਹੀਂ ਜੁੜ ਰਿਹਾ। ਸਮਝ ਰਿਹਾ ਕਿ ਇੱਕ ਮਾਤਾ ਹੈ, ਇਹ ਨਹੀਂ ਸਮਝ ਰਿਹਾ ਕਿ ਜਦੋਂ ਪ੍ਰਭੂ ਨੇ ਮੈਨੂੰ ਲੋਰੀ ਦੇ ਕੇ ਜਾਂ ਦੁੱਧ ਦੇ ਕੇ ਫੀਡਿੰਗ ਕਰਨੀ ਸੀ, ਉਹ ਇਸ ਹਾਲਤ ਨੂੰ ਪੂਰਿਆ ਕਰਨ ਦੇ ਲਈ ਉਹਨੇ ਮਾਂ ਦੇ ਰੂਪ ਦੀ ਘਾੜਤ ਘੜੀ।
तो इस करके भगत कबीर साह जी कहते नैन निहारो तुझ को, मेरा देखना हुण मालक सरल नहीं रहा, ਜਾਂ मेरा देखना छोटे अर्थां वाला नहीं है। मैं माँ के रूप में देखदा ਜਾਂ ਉਹਦੇ जो भी ਉਹਦੇ ਸਾਰੇ ਨੂੰ ਅਦਬ ਨੂੰ ਮਾਣਦਾ ਹਾਂ ਤਾਂ ਉਹਦੇ ਵਿੱਚ ਮੈਨੂੰ ਤੇਰੀ ਯਾਦ ਨਜ਼ਰ ਆਉਂਦੀ ਹੈ। ਮਾਤਾ ਦਾ ਜਿਹੜਾ ਆਕਾਰ ਰੂਪ ਰੰਗ ਹੈ ਉਹ ਵੀ ਮੈਨੂੰ ਤੇਰਾ ਹੀ ਨਜ਼ਰ ਆਉਂਦਾ, ਕਿਉਂਕਿ ਤੇਰੇ ਤੋਂ ਆਏ ਹੋਏ ਨੇ ਸਾਰੇ ਜੀਵ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕੋ, ਮਾਲਕ ਅਸਲ ਦੇ ਵਿੱਚ ਜਦੋਂ ਮੈਂ ਇਸ ਜੀਵਨ ਦੇ ਵਿੱਚ ਫਿਰ ਚੇਤਨ ਹੋਣਾ ਹੈ ਤਾਂ ਮੈਂ ਤੈਨੂੰ ਦੇਖ ਰਿਹਾ ਹਾਂ। ਤੁਝ ਕੋ ਕਿਹਾ ਨਾ ਭਗਤ ਕਬੀਰ ਸਾਹਿਬ ਜੀ ਨੇ ਕਿ ਨੈਣ ਹੁਣ ਅਸੀਂ ਕੀ ਦੇਖਦੇ ਹਾਂ, ਮਾਤਾ ਮਾਤਾ ਹੈ ਜੀ, ਉਹਨੂੰ ਪ੍ਰਭੂ ਦੀ ਕਿਰਪਾ ਨਾਲ ਨਹੀਂ ਜੋੜ ਕੇ ਦੇਖ ਰਹੇ ਕਿ ਸਾਡੇ ਜੀਵਨ ਨੂੰ ਜਦੋਂ ਬੜਾ ਕੁਝ ਚਾਹੀਦਾ ਸੀ ਤਾਂ ਉਦੋਂ ਇੱਕ ਅਕਸ ਪੈਦਾ ਹੋਇਆ। ਹੁਣ ਇਸਤਰੀਆਂ ਤਾਂ ਹੋਰ ਵੀ ਬੜੀਆਂ ਹੁੰਦੀਆਂ ਨੇ ਉਸੇ ਘਰ ਦੇ ਵਿੱਚ, ਪਰ ਇੱਕ ਹੀ ਕਿਉਂ ਉਹਨੂੰ ਫੀਡਿੰਗ ਕਰਦੀ ਹੈ ਜਾਂ ਇੱਕ ਹੀ ਕਿਉਂ ਉਹਦੀਆਂ ਸਾਰੀਆਂ ਚਿੰਤਾਵਾਂ ਕਰਦੀ ਹੈ ਕਿ ਉਸ ਆਕਾਰ ਦੇ ਵਿੱਚ ਪ੍ਰਭੂ ਨੇ ਆਪਣੇ ਕਿਰਪਾ ਦੇ ਵਿਸ਼ੇਸ਼ ਗੁਣ ਨਾਜ਼ਲ ਕੀਤੇ ਨੇ ਅਤੇ ਉਹਦੇ ਕੋਲ ਉਹੀ ਗੁਣਾਂ ਦਾ ਅਭਿਆਸ ਰਹੇਗਾ ਅਤੇ ਉਹੀ ਗੁਣਾਂ ਕਰਕੇ ਮਨੁੱਖ ਦਾ ਜੀਵਨ ਸਹਿਲਾ ਰਹੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕੋ। ਇਸ ਕਰਕੇ ਜਿੰਨੇ ਦੁਨਿਆਵੀ ਸੰਬੰਧ ਹੰਡਾਉਣੇ ਹਨ, ਇਹਨਾਂ ਦੇ ਹੰਡਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ, ਗੁਰਮਤਿ ਦਾ ਬੜਾ ਬਰੀਕ ਦ੍ਰਿਸ਼ਟੀਕੋਣ ਹੈ। ਇਹਨਾਂ ਨੂੰ ਹੰਡਾਓ, ਪਰ ਇਹਨਾਂ ਦੇ ਦੋ ਨੁਕਤੇ ਆਪਣੇ ਜੀਵਨ 'ਚ ਰੱਖੋ ਕਿ ਜੇ ਇਹ ਤੁਹਾਨੂੰ ਪ੍ਰਭੂ ਦੀ ਕਿਰਪਾ ਦਾ ਅਹਿਸਾਸ ਕਰਵਾ ਰਹੇ ਨੇ ਅਤੇ ਤੁਹਾਡੀ ਮੱਤ ਜਿਹੜੀ ਹੈ ਇਹਨਾਂ ਦੇ ਆਕਾਰਾਂ ਤੋਂ, ਰੂਪ ਰੰਗ ਤੋਂ, ਇਹਨਾਂ ਦੇ ਵਿੱਚ ਰਹਿੰਦਿਆਂ ਪਾਰ ਜਾ ਰਹੀ ਹੈ, ਫਿਰ ਇਹ ਸਾਰੇ ਸੰਬੰਧ ਸੁਹਾਵਣੇ ਨੇ। ਅਤੇ ਜੇ ਇਹਨਾਂ ਪਦਾਰਥਾਂ ਦੇ ਵਿੱਚ ਜਿਉਂਦਿਆਂ ਮਤਾਹਤਪੁਣਾ ਪੈਦਾ ਹੋ ਰਿਹਾ, ਮਤਾਹਤ ਦਾ ਭਾਵ ਕਿ ਮਾਤਾ ਇਹ ਜਤਾ ਰਹੀ ਕਿ ਮੇਰੇ ਕਰਕੇ ਤੇਰਾ ਜੀਵਨ ਹੈ, ਪਿਤਾ ਇਹ ਜਤਾ ਰਿਹਾ, ਤਾਂ ਇਹਦਾ ਮਤਲਬ ਹੈ ਇਹ ਮਾਇਆ ਦੇ ਸਰਕਲ ਵਿੱਚ ਜਿਉਂ ਰਹੇ ਨੇ ਅਤੇ ਇਹ ਤੁਹਾਨੂੰ ਪ੍ਰਭੂ ਦੀ ਕਿਰਪਾ ਦਾ ਜਿਹੜਾ ਕਨੈਕਟਡ ਸਰੂਪ ਹੈ ਉਹਦੇ ਨਾਲੋਂ ਤੋੜ ਰਹੇ ਨੇ ਅਤੇ ਤੁਹਾਨੂੰ ਦੁਨੀਆ ਦੀ ਭੌਤਿਕ ਵਸਤੂ ਬਣਾ ਰਹੇ ਨੇ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਤਾਂ ਕੇਵਲ ਇੰਨਾ ਕੀ ਉਦਮ ਕਰਦੇ ਹਾਂ ਕਿ ਮਾਤਾ ਪਿਤਾ ਦਾ ਸੰਯੋਗ ਹੁੰਦਾ ਹੈ, ਹੁਣ ਉਹਦੇ ਵਿੱਚ ਕਿਹੜਾ ਆਕਾਰ ਕਿਵੇਂ ਦਾ ਬਣਨਾ ਇਹ ਸਾਡੇ ਵੱਸ ਥੋੜ੍ਹਾ। ਇਸ ਕਰਕੇ ਖਲੀਲ ਜਿਬਰਾਨ ਦੀ ਨਾ ਇੱਕ ਬੜੀ ਵੱਡੀ ਗੱਲ ਹੈ, ਕਹਿੰਦਾ ਬੱਚੇ ਦੁਆਰਾ ਬੱਚਾ ਨਹੀਂ ਆਉਂਦਾ, ਬੱਚੇ ਦੁਆਰਾ ਅਕਾਲ ਪੁਰਖ ਆਉਂਦਾ ਹੈ ਅਤੇ ਉਹ ਤੁਹਾਨੂੰ ਜੀਵਨ ਜਿਉਣ ਦੇ ਕਈ ਹੁਨਰ ਸਿਖਾਉਣੇ ਚਾਹੁੰਦਾ ਹੈ। ਉਹ ਕਈ ਵਾਰੀ ਤੁਸੀਂ ਨਹੀਂ ਸਿੱਖਦੇ ਕਿਉਂਕਿ ਬੱਚੇ ਦੇ ਉੱਪਰ ਤੁਸੀਂ ਆਪਣੀਆਂ ਨਿੱਜੀ ਗਰਜਾਂ ਭਾਰੂ ਕਰ ਦਿੰਦੇ ਹੋ ਅਤੇ ਉਹਦੇ ਅੰਦਰ ਜਿਹੜੀ ਅਕਾਲ ਪੁਰਖ ਦਾ ਬਖਸ਼ਿਸ਼ ਵਾਲਾ ਸਰੂਪ ਉਤਰਨਾ ਹੁੰਦਾ ਹੈ ਉਹ ਜਿਹੜਾ ਹੈ ਮਿਟ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕੋ, ਮਾਲਕ ਹੁਣ ਮੈਂ ਜਿਸ ਆਕਾਰ ਨੂੰ ਦੇਖਦਾ ਹਾਂ, ਜਿਹੜਾ ਵੀ ਆਕਾਰ, ਹੁਣ ਦੇਖੋ ਅਸੀਂ 52 ਅੱਖਰੀ ਬਾਣੀ ਪੜ੍ਹਦੇ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਦੇ ਕਿੰਨੇ ਰੂਪ ਦਿਖਾਏ ਨੇ। ਉਹ ਇਸੇ ਕਰਕੇ ਦਿਖਾਏ ਨੇ ਕਿ ਦੁਨੀਆ ਦਾ ਕੋਈ ਸੰਬੰਧ, ਕੋਈ ਨਾਤਾ, ਕੋਈ ਤੁਹਾਡਾ ਨਿਕਟਵਰਤੀ ਪਰਮੇਸ਼ਰ ਦੀ ਹੋਂਦ ਤੋਂ ਬਿਨਾਂ ਤਾਂ ਹੈ ਹੀ ਨਹੀਂ। ਪਰ ਗੱਲ ਕੀ ਹੈ ਕਿ ਅਸੀਂ ਇਹਨਾਂ ਸਾਰਿਆਂ ਨੂੰ ਮਾਣਦਿਆਂ ਹੋਇਆਂ ਸਗੋਂ ਜ਼ਿਆਦਾ ਪਰਮੇਸ਼ਰ ਦੀ ਹੋਂਦ ਦ੍ਰਿੜ ਕਰਨੀ ਚਾਹੀਦੀ ਹੈ, ਪਰ ਉਹਨੂੰ ਜ਼ਿਆਦਾ ਵਿਸਾਰਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕੋ, ਮਾਲਕ ਜਿਹੜਾ ਵੀ ਮੈਂ ਆਕਾਰ ਦੇਖਦਾ ਹਾਂ, ਭਾਵੇਂ ਉਹ ਆਕਾਰ ਕਿਵੇਂ ਦਾ ਵੀ ਹੈ, ਚਾਹੇ ਉਹ ਆਕਾਰ ਕੀੜੀ ਦਾ ਹੈ, ਚਾਹੇ ਉਹ ਆਕਾਰ ਹਾਥੀ ਦਾ ਹੈ, ਮੈਨੂੰ ਤੂੰ ਦੋਵਾਂ ਅੰਦਰ ਰਮਿਆ ਨਜ਼ਰ ਆਉਣਾ ਹੈ। ਹੁਣ ਕਦੀ ਅਸੀਂ ਆਪਣੇ ਪੈਰ ਦੇ ਨਾਲ ਹਾਥੀ ਨੂੰ ਮਸਲਣ ਦਾ ਯਤਨ ਕੀਤਾ? ਨਹੀਂ ਨਾ ਤਾਂ ਕਰ ਸਕਦੇ ਅਤੇ ਨਾ ਕਦੀ ਕੀਤਾ ਹੈ। ਕਿਉਂ? ਕਿਉਂਕਿ ਉਹਦੀ ਹਸਤੀ ਬੜੀ ਵੱਡੀ ਹੈ, ਉਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਵੱਡੀ ਚੇਤਨਾ ਹੈ, ਪਰ ਜਿਹੜਾ ਕੀੜੀ ਦਾ ਆਕਾਰ ਬੜਾ ਅਲਪ ਹੈ ਉਹਨੂੰ ਅਸੀਂ ਅਕਸਰ ਮਸਲ ਦਿੰਦੇ ਹਾਂ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕੋ, ਮਾਲਕ ਹਰ ਆਕਾਰ ਦੇ ਵਿੱਚ ਮੈਂ ਤੇਰੀ ਹੋਂਦ ਦੇਖ ਰਿਹਾ ਹਾਂ। ਹਰ ਆਕਾਰ ਚਾਹੇ ਪਸ਼ੂ ਜਾਤੀ ਦਾ ਹੋਵੇ ਚਾਹੇ ਮਨੁੱਖ ਜਾਤੀ ਦਾ ਹੋਵੇ, ਤਾਂ ਮੈਨੂੰ ਤੇਰੀ ਜਿਹੜੀ ਪਰਮ ਹਸਤੀ ਦੀ ਕਲਪਨਾ ਸਮਝ ਆ ਰਹੀ ਹੈ। ਤਾਂ ਇਸੇ ਪ੍ਰਕਾਰ ਕਹਿੰਦੇ ਨੈਣ ਨਿਹਾਰੋ, ਪਹਿਲਾ ਭਾਵ ਇਹ ਹੈ ਕਿ ਜਦੋਂ ਮਨੁੱਖ ਦੀ ਸੁਰਤ ਅੰਦਰ ਅਕਾਲ ਮੂਰਤ ਵਾਸ ਕਰਦੀ ਹੈ ਅਤੇ ਉਹ ਸਾਰੀਆਂ ਮੂਰਤਾਂ ਨੂੰ ਅਦਬ ਵੀ ਦਿੰਦਾ ਹੈ, ਪਰ ਉਹਨਾਂ ਸਾਰੀਆਂ ਮੂਰਤਾਂ ਦੇ ਬਿਯੋਂਡ ਵੀ ਦੇਖਦਾ ਹੈ ਕਿ ਇਹਨਾਂ ਦੇ ਬਿਯੋਂਡ ਕੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕੋ, ਪਹਿਲਾ ਦੇਖਣਾ ਇਹ ਹੈ ਕਿ ਮੈਂ ਸਾਰਿਆਂ ਨੂੰ ਆਕਾਰ ਕਰਕੇ ਦੇਖਦਾ ਹਾਂ, ਪਰ ਇਹਨਾਂ ਸਾਰਿਆਂ ਦੇ ਅੰਦਰ ਜਿਹੜਾ ਨਿਰਾਕਾਰ ਪ੍ਰਭੂ ਜੋਤ ਵਰਤ ਰਹੀ ਹੈ, ਮੈਂ ਉਹਦੇ ਨਾਲ ਕਨੈਕਟਡ ਹਾਂ। ਮੈਂ ਰੂਪ ਬੜੇ ਦੇਖੇ ਨੇ, ਪਰ ਇਹਨਾਂ ਸਾਰੇ ਰੂਪਾਂ ਨੂੰ ਸਾਜਣ ਵਾਲਾ ਜਿਹੜਾ ਪਰਮ ਰੂਪ ਹੈ, ਮੈਂ ਉਹਦੇ ਨਾਲ ਜੁੜਿਆ ਹੋਇਆ ਹਾਂ। ਮੈਂ ਬੜੇ ਰੰਗ ਦੇਖ ਰਿਹਾ ਹਾਂ, ਪਰ ਉਸ ਰੰਗ ਰਹਿਤ ਪ੍ਰਭੂ ਨੂੰ ਵੀ ਨਾਲ ਚਿਤਵਰਿਆ ਹਾਂ ਕਿ ਇੰਨੇ ਜਿਵੇਂ ਹੁਣ ਨਾ ਮੈਂ ਇੱਕ ਦਫਾ ਜਿਵੇਂ 84 ਲੱਖ ਦਾ ਜ਼ਿਕਰ ਆਉਂਦਾ, ਇੱਕ ਦਫਾ ਜਿਹੜਾ ਸੀ ਕਿ ਉਹਦੇ ਵਿੱਚ ਇਹ ਹੁਣ ਜੈਨ ਮੱਤ ਦੇ ਵਿੱਚੋਂ ਆਇਆ ਹੋਇਆ 84 ਲੱਖ ਦਾ ਜਿਹੜਾ ਸੰਕਲਪ ਹੈ, ਉਹ 84 ਲੱਖ ਜੋਨਾਂ ਮੰਨਦੇ ਨੇ। ਅਤੇ ਜਿਵੇਂ ਅੱਜ ਕੱਲ੍ਹ ਕਈ ਸਾਡੇ ਜਾਂ ਸਾਇੰਸ ਦੀ ਸਟੱਡੀ ਨਾ ਕਰਨ ਵਾਲੇ ਕਹਿਣ ਲੱਗੇ ਮਨੋਕਲਪਤ ਹੈ, ਮਨੋਕਲਪਤ ਹੈ। ਅਤੇ ਉਹਦਾ ਭਾਵ ਇਹ ਹੈ ਜਿਵੇਂ ਇਹਦੇ ਵਿੱਚ ਹੀ ਜਿਹੜੇ
ਖੋਜ ਕਰਨ ਵਾਲਿਆਂ ਨੇ ਦੱਸਿਆ ਹੈ ਕਿ ਧਰਤੀ ਦੀਆਂ ਕਈ ਐਸੀਆਂ ਜੂਨਾਂ ਹਨ ਜਿਹੜੀਆਂ ਮਾਈਕਰੋਸਕੋਪ ਦੀ ਪਕੜ ਵਿੱਚ ਵੀ ਨਹੀਂ ਆਉਂਦੀਆਂ, ਪਰ ਉਹਨਾਂ ਦਾ ਵਰਤਾਰਾ ਦਿਖਦਾ ਹੈ। ਤੁਸੀਂ ਹੈਰਾਨ ਹੋਵੋਗੇ, ਹੁਣ ਜਿੰਨੀਆਂ ਜੂਨਾਂ ਅਸੀਂ ਦੇਖ ਲਈਆਂ, ਹੋ ਸਕਦਾ 1-2 ਹਜ਼ਾਰ ਤੱਕ ਹੀ ਦੇਖੀਆਂ ਹੋਣ, ਉਸ ਤੋਂ ਕਿੰਨਾ ਪਸਾਰਾ ਆਕਾਸ਼ ਦੇ ਵਿੱਚ ਹੈ, ਪਤਾਲ ਦੇ ਵਿੱਚ ਹੈ, ਜਾਂ ਸਾਡੇ ਆਲੇ ਦੁਆਲੇ ਹੈ। ਤਾਂ ਇਸੇ ਪ੍ਰਕਾਰ ਜਿਵੇਂ ਆ ਪਿਛਲੇ ਸਮੇਂ 'ਚ ਮਨੁੱਖ ਨੂੰ ਪ੍ਰਮਾਣਿਤ ਪਤਾ ਲੱਗਾ ਹੈ, ਸਾਨੂੰ ਤਾਂ ਇੱਕ ਦਾ ਪਤਾ ਲੱਗਾ ਨਾ ਕਿ ਆਹ ਜਿਹੜਾ ਹੋਣ ਵਾਲੇ ਸਮੇਂ 'ਚ ਆਇਆ ਹੈ। ਵਿਗਿਆਨ ਨੇ ਪ੍ਰਮਾਣਿਤ ਕੀਤਾ ਕਿ ਹੁਣ ਤੱਕ 130 ਪ੍ਰਕਾਰ ਦੇ ਵਿਸ਼ਾਣੂ ਬੰਦੇ ਦੇ ਆਲੇ ਦੁਆਲੇ ਚੱਲ ਰਹੇ ਨੇ, ਜਦੋਂ ਦੀ ਮਨੁੱਖ ਜਾਤੀ ਨੇ ਮੈਡੀਕਲ ਸਾਇੰਸ ਵਿਕਸਿਤ ਕੀਤੀ ਹੈ। ਗੱਲ ਕੀ ਹੈ, ਇਹ ਵੀ ਇੱਕ ਜੂਨ ਦਾ ਪੱਧਰ ਹੈ ਜਿਹੜਾ ਜੀਵਨ ਨੂੰ ਪ੍ਰਭਾਵਿਤ ਕਰੇ, ਪਰ ਉਹਦੀ ਹੋਂਦ ਨਹੀਂ ਦਿਖ ਰਹੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜਾ ਵੀ ਆਕਾਰ, ਰੂਪ, ਰੰਗ, ਸਥਾਨ ਦੇਖਦਾ ਹਾਂ ਉਹਨੂੰ ਹੰਡਾਉਂਦਾ ਹਾਂ, ਪਰ ਉਹਦੇ ਬਿਯੋਂਡ ਦੇਖਦਾ ਕਿ ਇਹਦੇ ਅੰਦਰ ਇੱਕ ਅਕੈਹ ਪ੍ਰਭੂ ਜੋਤ ਵਰਤ ਰਹੀ ਹੈ, ਤਾਂ ਪਹਿਲਾ ਦੇਖਣਾ ਗਿਆਨ ਹੁੰਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਹੈ, ਜੇਤਾ ਦੇਖਣ ਤੇਤਾ ਧਿਆਨ, ਜਾਂ ਗੁਰਬਾਣੀ 'ਚ ਅਸੀਂ ਵਾਕ ਪੜ੍ਹਦੇ ਹਾਂ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨ ਹਾਰ। ਇਹ ਪਹਿਲਾ ਪੱਧਰ। ਹੁਣ ਜਦੋਂ ਇਹਦਾ ਬੰਦਗੀ ਪੈਦਾ ਹੁੰਦੀ ਹੈ, ਇਹੋ ਜਿਹੇ ਦੇਖਣ ਦੀ ਬੰਦਗੀ ਪੈਦਾ ਹੁੰਦੀ, ਉਦੋਂ ਕੀ ਪੈਦਾ ਹੁੰਦਾ? ਹੁਣ ਇੱਕ ਆਕਾਰ ਹੈ, ਉਹਨੂੰ ਅਸੀਂ ਆਪਣਾ ਮੰਨਿਆ ਹੋਇਆ, ਜਿਵੇਂ ਮਾਤਾ ਉਹ ਸਾਡਾ ਆਕਾਰ ਹੈ। ਇੱਕ ਅਦਰ ਹੈ, ਉਹ ਨਹੀਂ ਸਾਡਾ ਨਹੀਂ, ਉਹ ਪਰਾਇਆ ਹੈ। ਆਪਣੇ ਨਾਲ ਸਨੇਹ ਹੈ, ਜਿਹਨੂੰ ਪਰਾਇਆ ਮੰਨਿਆ ਹੋਇਆ ਉਸ ਆਕਾਰ ਦੇ ਨਾਲ ਸਾਡੀ ਦੂਰੀ ਹੈ। ਅਤੇ ਫਿਰ ਜਿਹਨੂੰ ਸਿਰਜਣਹਾਰ ਪ੍ਰਭੂ ਨੂੰ ਅਰਾਧਦੇ ਹਾਂ, ਉਹ ਤਾਂ ਸਭਨਾਂ ਅੰਦਰ ਪ੍ਰਕਾਸ਼ਮਾਨ ਹੈ। ਤਾਂ ਫਿਰ ਕੀ ਹੁੰਦਾ ਹੈ, ਜਦੋਂ ਮਨੁੱਖ ਇੱਕ ਆਕਾਰ ਨੂੰ ਆਪਣਾ ਅਤੇ ਦੂਜੇ ਨੂੰ ਪਰਾਇਆ ਮੰਨ ਲੈਂਦਾ ਹੈ, ਇੱਕ ਦੇ ਨਾਲ ਸਨੇਹ, ਦੂਜੇ ਦੇ ਨਾਲ ਕ੍ਰੋਧ, ਈਰਖਾ, ਨਫ਼ਰਤ, ਕਈ ਕੁਝ ਪੈਦਾ ਕਰਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਮੈਂ ਬੰਦਗੀ ਦੇ ਨੇਮ ਵਿੱਚ ਢਲ ਕੇ ਦੇਖਦਾ ਹਾਂ, ਫਿਰ ਮੇਰਾ ਦੇਖਣਾ ਆਪਣਾ ਅਤੇ ਪਰਾਇਆ ਨਹੀਂ ਰਹਿ ਜਾਂਦਾ। ਮੇਰੇ ਦੇਖਣ ਦੇ ਵਿੱਚ ਜਿਹੜੀ ਹੈ ਆਪਣੇ ਕਰਕੇ ਮੋਹ ਨਹੀਂ ਰਹਿੰਦਾ ਅਤੇ ਪਰਾਏ ਕਰਕੇ ਈਰਖਾ ਜਾਂ ਨਫ਼ਰਤ ਨਹੀਂ ਰਹਿੰਦੀ। ਇਸ ਕਰਕੇ ਮੇਰਾ ਦੇਖਣਾ ਨਿਰਮਲ ਹੋ ਜਾਂਦਾ ਹੈ, ਕਿਉਂਕਿ ਮੈਂ ਸਭ ਅੰਦਰ ਉਹਦੀ ਹੋਂਦ ਦੇਖ ਰਿਹਾ ਹਾਂ। ਉਸ ਪਰਮ ਹੋਂਦ ਦੇ ਨਾਲ ਜੁੜ ਕੇ ਅਸੀਂ ਜਦੋਂ ਹੁਣ ਗੁਰਬਾਣੀ ਦੇ ਵਿੱਚ, ਕਿਉਂਕਿ ਮੂਲ ਮੰਤਰ ਦੀ ਵਿਚਾਰ ਵੀ ਥੋੜ੍ਹੀ ਕਦੇ ਕਦੇ ਸਮਝਣ ਦਾ ਯਤਨ ਕਰਿਆ ਕਰਨਾ ਚਾਹੀਦਾ। ਉਹਦੇ ਵਿੱਚ ਵਾਕ ਆਉਂਦਾ ਸਤਨਾਮ। ਸਤਨਾਮ ਦਾ ਮਤਲਬ ਕੀ ਹੈ ਕਿ ਆਹ ਜਿੰਨੇ ਸਰੀਰਾਂ ਦੇ ਆਕਾਰ ਬਣੇ ਨੇ ਢਹਿ ਜਾਣਗੇ, ਆਹ ਜਿੰਨੇ ਰੂਪ ਬਣੇ ਨੇ ਸਾਰੇ ਬਿਨਸ ਜਾਣਗੇ, ਪਰ ਇਸ ਸੱਤ ਦਾ ਜਿਹੜੇ ਨਾਮ ਰੂਪ ਕਰਕੇ ਸਰੀਰ ਬਣਿਆ ਇਹ ਖਤਮ ਹੋ ਜਾਏਗਾ, ਪਰ ਇਹਦੇ ਅੰਦਰ ਜਿਹੜਾ ਆਤਮ ਹੈ ਉਹ ਸਦੀਵ ਹੈ, ਉਹ ਨਹੀਂ ਮਿਟੇਗਾ। ਇਸ ਕਰਕੇ ਉਹਦੇ ਨਾਲ ਜੁੜੋ। ਦੇਖੋ, ਇਹ ਸਤਨਾਮ ਦਾ ਇੱਕ ਤਾਂ ਜਪ ਹੈ, ਇੱਕ ਅਭਿਆਸ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਮੈਂ ਬੰਦਗੀ ਵਿੱਚ ਦੇਖਦਾ ਹਾਂ, ਫਿਰ ਮੇਰੇ ਦੇਖਣ ਦੇ ਵਿੱਚ ਨਿਰਮਲਤਾ ਹੁੰਦੀ ਹੈ। ਕਿਵੇਂ? ਕਿਉਂਕਿ ਜਦੋਂ ਪਹਿਲਾਂ ਸੁਰਤ ਵਾਸ਼ਨਾ ਵਾਲੀ ਸੀ, ਉਦੋਂ ਨੇਤਰਾਂ ਨੇ ਤਾਂ ਦੇਖਣ ਦਾ ਹੀ ਕੰਮ ਕਰਨਾ ਹੈ, ਪਰ ਇਹਨਾਂ ਦੇ ਅੰਦਰ ਬਿਰਤੀ ਕਿਹੜੀ ਹੈ? ਮਨ ਨੇ ਨਿਰਣਾ ਕਰਨਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਹਿਲਾਂ ਉਹੀ ਨੇਤਰ ਜਿਹੜੇ ਕਿਸੇ ਸੁੰਦਰਤਾ ਨੂੰ, ਕਿਸੇ ਆਕਾਰ ਨੂੰ ਦੇਖਦੇ ਸੀ, ਉਹਦੇ ਅੰਦਰ ਕਾਮ ਦਾ, ਲੋਭ ਦਾ ਜਾਂ ਆਕਰਸ਼ਣ ਦਾ ਭਾਵ ਪੈਦਾ ਹੁੰਦਾ ਸੀ, ਅਤੇ ਉਸ ਚੀਜ਼ ਦੀ ਜਿਹੜੀ ਵੱਡੀ ਮਹੱਤਤਾ ਹੁੰਦੀ ਸੀ ਉਹਨੂੰ ਅਸੀਂ ਖਤਮ ਕਰ ਦਿੰਦੇ ਸੀ ਆਪਣੇ ਕਰਕੇ। ਹੁਣ ਜਦੋਂ ਦੇਖਣਾ ਨਿਰਮਲ ਹੋ ਗਿਆ ਹੈ, ਤਾਂ ਹੁਣ ਫੁੱਲ ਨੂੰ ਤੋੜ ਕੇ ਆਪਣਾ ਨਹੀਂ ਬਣਾਉਣਾ ਚਾਹੁੰਦੇ। ਫੁੱਲ ਜਿੱਥੇ ਹੈ ਉੱਥੇ ਹੀ ਰਹੇ, ਉਹਦੀ ਸੁੰਦਰਤਾ ਨੂੰ, ਉਹਦੀ ਜਿੰਨੀ ਮਹਿਕ ਨੂੰ ਮੈਂ ਮਾਣ ਲਿਆ, ਬਾਕੀ ਹੋਰ ਮਾਨਣ। ਜਦੋਂ ਵਾਸਨਾ ਪੈਦਾ ਹੁੰਦੀ, ਹੁਣ ਜਿਵੇਂ ਅੱਜ ਦੇ ਸਮੇਂ 'ਚ ਤੁਸੀਂ ਦੇਖੋ, ਮੈਂ ਇਹਨਾਂ ਕਈ ਵਾਰੀ ਆਲੇ ਦੁਆਲੇ ਨੂੰ ਨੋਟਿਸ ਕਰਦਾ, ਦੇਖਦਾ ਵੀ ਉਹਦੇ ਵਿੱਚ ਜਿਹੜੀ ਅੱਜ ਕੱਲ੍ਹ ਆ ਨੀਚ ਵਰਤਾਰੇ ਪੈਦਾ ਹੋ ਰਹੇ ਨੇ ਮਨੁੱਖ ਦੇ ਸੰਬੰਧਾਂ ਦੇ ਤਲ 'ਤੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕੀ ਹੈ? ਬੰਦਾ ਕਹਿੰਦਾ ਮੈਂ ਪ੍ਰੇਮ 'ਚ ਹਾਂ, ਪਰ ਉਹ ਅਸਲ 'ਚ ਅਣਜਾਣ ਹੁੰਦਾ, ਵਾਸਨਾ ਦੇ ਤਲ 'ਤੇ ਜਿਉ ਰਿਹਾ ਹੁੰਦਾ। ਅਤੇ ਵਾਸਨਾ ਹਮੇਸ਼ਾ ਇਹ ਕਹਿੰਦੀ ਹੈ ਕਿ ਜਿਹਦੇ ਪ੍ਰਤੀ ਤੇਰਾ ਆਕਰਸ਼ਣ ਜਾਗਿਆ, ਮੋਹ ਜਾਗਿਆ, ਉਹ ਤੇਰੇ ਕੋਲ ਹੀ ਹੋਵੇ। ਫਿਰ ਉਹਦੇ ਲਈ ਜਾਇਜ਼, ਨਜਾਇਜ਼, ਨੈਤਿਕ, ਅਨੈਤਿਕ ਸਾਰੇ ਕਰਮ ਕਰਦਾ ਬੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨੈਣ ਨਿਹਾਰੋ ਤੁਝ ਕਉ, ਹੁਣ ਕੇਵਲ ਨਿਹਾਰ ਰਿਹਾ ਹਾਂ ਤੇਰੇ ਸਾਰੇ ਕੌਤਕਾਂ ਨੂੰ, ਕਿ ਕਿਸ ਕੌਤਕ ਦੇ ਵਿੱਚ ਰੂਪ ਵੀ ਹੈ, ਅਰੂਪ ਵੀ ਹੈ, ਕਿਤੇ ਸੁੰਦਰ ਹੈ, ਕਿਤੇ ਬੜਾ ਕਰੂਪ ਹੈ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨੈਣ ਨਿਹਾਰੋ ਤੁਝ ਕਉ ਕੇ ਸਗਲ ਗੁਣਾਂ ਦਾ ਪ੍ਰਕਾਸ਼। ਇਸ ਕਰਕੇ ਨਾ ਇੱਕ ਭਗਤੀ ਮਤ ਜਿਹੜਾ ਭਗਤ ਕਬੀਰ ਸਾਹਿਬ ਜੀ ਦੇ ਵੇਲੇ ਪੈਦਾ ਹੋਇਆ, ਉਹਦੇ ਵਿੱਚ ਇੱਕ ਨਾ ਬੜਾ ਕਮਾਲ ਦਾ ਮਿਲਦਾ ਕਿ ਪ੍ਰਭੂ ਨੂੰ ਗੁਣਾ ਕਰਕੇ ਦੇਖੋ। ਫਿਰ ਉਹਨਾਂ ਨੇ ਉਹ ਬੜਾ ਕੁਝ ਦੱਸਿਆ ਹੋਇਆ ਕਿ ਹੰਸ ਦੀ ਜਿਹੜੀ ਬਾਹਰੀ ਸਰੂਪ ਹੈ ਉਹ ਵੀ ਉਹਦਾ ਉੱਜਲ ਹੈ ਨਾ। ਫਿਰ ਕਹਿੰਦੇ ਇਸ ਤਰ੍ਹਾਂ ਜੇ ਤੁਸੀਂ ਰੂਪ ਦੇ ਵਿੱਚ ਪੈ ਜਾਓਗੇ, ਰੰਗ ਵਿੱਚ ਪੈ ਜਾਓਗੇ, ਫਿਰ ਕਹੋਗੇ ਹੰਸ ਚੰਗਾ ਹੈ ਕਿਉਂਕਿ ਚਿੱਟਾ ਜ਼ਿਆਦਾ ਵਧੀਆ ਲੱਗਦਾ ਹੈ, ਅਤੇ ਕੋਇਲ ਨੂੰ ਮਾੜਾ ਕਹੋਗੇ।
ਪਰ ਕਹਿੰਦੇ ਗੁਣ ਕਰਕੇ ਦੇਖੋਗੇ ਤੇ ਕੋਇਲ ਨੂੰ ਉਹਦੀ ਆਵਾਜ਼ ਕਰਕੇ ਸਤਿਕਾਰ ਦਿਓਗੇ, ਪਿਆਰ ਕਰੋਗੇ। ਤੇ ਇਸੇ ਪ੍ਰਕਾਰ ਜੇ ਹੰਸ ਨੂੰ ਦੇਖੋਗੇ ਉਹਨੂੰ ਉਹਦੇ ਰੂਪ ਕਰਕੇ ਵੀ ਦੇ ਲਵੋਗੇ, ਉਹਦੇ ਗੁਣ ਕਰਕੇ ਵੀ ਦੇ ਲਵੋਗੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕਉ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਦੋਂ ਸਗਲ ਦੇ ਵਿੱਚ ਉਹਦੀ ਹੋਂਦ ਨੂੰ ਦੇਖ ਰਹੇ ਹਾਂ ਤਾਂ ਕਿਸੇ ਨੂੰ ਨਾ ਕਾਮ ਕਰਕੇ ਦੇਖ ਸਕਦੇ ਹਾਂ, ਨਾ ਕ੍ਰੋਧ ਕਰਕੇ ਦੇਖ ਸਕਦੇ ਹਾਂ, ਨਾ ਅਹੰਕਾਰ ਕਰਕੇ। ਕਿਉਂਕਿ ਸਭਨੀ ਘਟੀ ਸਹੋ ਵਸੈ ਸਹਿ ਬਿਨ ਘਟ ਨਾ ਕੋਇ, ਜਾਂ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਸਾਡੇ ਜੀਵਨ 'ਚ ਸਿਮਰਨ ਦੀ ਮੌਖਿਕ ਕਰਮ ਪੈਦਾ ਹੋ ਜਾਂਦਾ, ਸਿਮਰਨ ਦਾ ਅਭਿਆਸ ਨਹੀਂ ਪੈਦਾ ਹੁੰਦਾ। ਕਾਰਨ ਕੀ ਹੈ? ਇੱਕ ਬੰਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਜੀ ਇਹ ਰੱਬ ਰੂਪ ਹੈ, ਦੂਜੇ ਨੂੰ ਅਸੀਂ ਅੱਖਾਂ ਕੱਢ ਕੇ ਕਹਿੰਦੇ ਮੈਂ ਤੈਨੂੰ ਦੇਖ ਲਵਾਂਗਾ। ਇਹਦਾ ਮਤਲਬ ਕਿ ਸਾਡੇ ਜੀਵਨ 'ਚ ਦਵੰਦ ਚੱਲ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕਉ। ਇਸ ਕਰਕੇ ਮਾਲਕ ਹੁਣ ਸਗਲ ਆਕਾਰਾਂ ਦੇ ਵਿੱਚ, ਸਗਲ ਰੂਪਾਂ ਦੇ ਵਿੱਚ ਮੈਂ ਤੇਰੀ ਹੋਂਦ ਦੇਖ ਰਿਹਾ ਹਾਂ। ਅਤੇ ਜਦੋਂ ਤੇਰੀ ਹੋਂਦ ਦੇਖਦਾ ਹਾਂ ਤਾਂ ਉਦੋਂ ਮੈਨੂੰ ਨਿਰਣਾ ਆਉਂਦਾ ਹੈ ਕਿ ਜੇ ਇਹਨਾਂ ਦੇ ਜੀਵਨ 'ਚ ਕੁਝ ਨਿਵਾਣਪੁਣਾ ਹੈ, ਉਹ ਇਸ ਕਰਕੇ ਹੈ ਕਿ ਉਹ ਤੈਨੂੰ ਨਹੀਂ ਬੁੱਝ ਸਕੇ। ਉਹ ਜੇ ਤੈਨੂੰ ਬੁੱਝਣ ਤਾਂ ਉਹਨਾਂ ਦਾ ਜੀਵਨ ਵੀ ਉੱਚਾ ਸੁੱਚਾ ਹੋ ਸਕੇ। ਜਿਵੇਂ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ। ਕੋਈ ਪਰਮੇਸ਼ਰ ਦਾ ਪਿਆਰਾ ਸੂਫੀ ਫਕੀਰ ਸੀ, ਉਹਦੇ ਕੋਲ ਇੱਕ ਜਗਿਆਸੂ ਆਇਆ। ਕਹਿਣ ਲੱਗਾ ਜੀ ਤੁਸੀਂ ਕਹਿੰਦੇ ਹੋ ਸਾਰਿਆਂ ਦੇ ਅੰਦਰ ਅਕਾਲ ਪੁਰਖ ਪ੍ਰਭੂ ਅੱਲਾਹ ਤਾਲਾ ਵਾਸ ਕਰਦਾ ਹੈ, ਫਿਰ ਸਾਰੇ ਜੀਵ ਇੰਨੇ ਜੀਵ ਮਾੜੇ ਕਿਉਂ ਨੇ, ਇੰਨੇ ਅਵਗੁਣਾਂ ਵਾਲੇ ਕਿਉਂ ਨੇ, ਇੰਨਾ ਪਾਪ ਕਿਉਂ ਹੋ ਰਿਹਾ, ਇੰਨਾ ਅਪਰਾਧ ਕਿਉਂ ਹੋ ਰਿਹਾ? ਉਹਨੇ ਬੜਾ ਕਮਾਲ ਜਵਾਬ ਦਿੱਤਾ। ਕਹਿੰਦਾ ਕਿ ਜੇ ਮਨੁੱਖ ਦੇ ਘਰ 'ਚ ਕੋਈ ਵਸਤ ਪਈ ਹੋਵੇ ਨਾ, ਜਿਵੇਂ ਕੋਈ ਪੂੰਜੀ ਪਈ ਹੋਵੇ ਬਹੁਤ ਵੱਡੀ, ਉਹਦੇ ਘਰ ਦੇ ਵਿੱਚ ਬਹੁਤ ਵੱਡੀ ਰਾਸ਼ੀ ਪਈ ਹੋਵੇ ਅਤੇ ਉਹਨੇ ਆਪਣੇ ਜੀਵਨ ਦੀਆਂ ਲੋੜਾਂ ਜਿਹੜੀਆਂ ਸਵਾਰਨੀਆਂ ਹੁੰਦੀਆਂ ਨੇ, ਹੈ ਨਾ, ਜੇ ਤਾਂ ਉਹਨੂੰ ਪਤਾ ਹੋਵੇ ਕਿ ਮੇਰੇ ਘਰ ਦੇ ਵਿੱਚ ਇੰਨੀ ਪੂੰਜੀ ਪਈ, ਉਹ ਆਪਣੇ ਘਰ 'ਚੋਂ ਪੂੰਜੀ ਕੱਢੇਗਾ ਅਤੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰ ਲਏਗਾ। ਜੇ ਉਹਨੂੰ ਇਹ ਖਿਆਲ ਭੁੱਲ ਗਿਆ ਕਿ ਮੇਰੇ ਘਰ 'ਚ ਕੁਝ ਪਿਆ ਹੀ ਨਹੀਂ ਹੈ, ਅਤੇ ਕਹਿੰਦੇ ਫਿਰ ਮਜ਼ਦੂਰੀ ਕਰੇਗਾ। ਕਹਿੰਦੇ ਇਸੇ ਪ੍ਰਕਾਰ ਮਨੁੱਖ ਭੁੱਲ ਜਾਂਦਾ ਹੈ ਕਿ ਮੈਂ ਰੱਬ ਰੂਪ ਹਾਂ, ਅਤੇ ਉਹ ਫਿਰ ਸੰਸਾਰ ਦੇ ਵਿੱਚ ਮਨੁੱਖ ਹੋ ਕੇ ਵਿਚਰਦਾ, ਅਤੇ ਫਿਰ ਮਨੁੱਖ ਹੋਣ ਕਰਕੇ ਉਹਨੂੰ ਖਿਆਲ ਨਹੀਂ ਰਹਿੰਦਾ, ਅਤੇ ਫਿਰ ਉਹ ਬਾਹਰੀ ਅਵਗੁਣਾਂ ਵਿਕਾਰਾਂ ਦਾ, ਕਿਉਂਕਿ ਜੀਵਨ ਦੇ ਹਿੱਸਿਆਂ ਦੀ ਪੂਰਤੀ ਕਰਨੀ ਹੈ, ਫਿਰ ਮਜ਼ਦੂਰ ਰੂਪ ਹੋ ਕੇ ਕਦੀ ਵਿਕਾਰਾਂ ਦੇ ਅਧੀਨ ਹੁੰਦਾ, ਕਦੀ ਅਵਗੁਣਾਂ ਦੇ ਅਧੀਨ ਹੁੰਦਾ ਹੈ। ਇਸ ਕਰਕੇ ਤਾਂ ਕਰਕੇ ਗੁਰਬਾਣੀ ਵਿੱਚ ਵਾਕ ਆਇਆ ਹੈ ਕਿ ਆਪਣੇ ਅਸਲ ਰਤਨ ਦੀ ਸਾਰ ਜਾਣੋ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੈਣ ਨਿਹਾਰੋ ਤੁਝ ਕੋ, ਮਾਲਕ ਜਿਤਨਾ ਦੇਖਣਾ ਹੈ ਉਹ ਤੇਰਾ ਹੈ। ਸ਼ਰਵਨ ਸੁਨੋ ਤੋ ਨਾਉ, ਅਤੇ ਜਿੰਨਾ ਕੁਝ ਸੁਣਨਾ ਹੈ ਉਹ ਵੀ ਤੇਰਾ ਹੀ ਹੈ। ਇਸ ਕਰਕੇ ਨਾ ਬਹਾਗੜਾ ਰਾਗ ਦੇ ਵਿੱਚ ਸ਼ਬਦ ਆਉਂਦੇ ਨੇ, ਸੇ ਸ਼ਰਵਨ ਭਲੇ ਸੋ ਬਨੀਕ ਹੈ ਮੇਰੀ ਜਿੰਦੜੀਏ, ਜੋ ਹਰ ਜਸ ਸੁਣੇ ਹਰ ਤੇਰੇ ਰਾਮ। ਕਿ ਜਿਹੜੇ ਸ਼ਰਵਣ, ਇਹਦਾ ਕਾਰਨ ਕੀ ਹੈ ਕਿ ਇੱਕ ਸੁਣਨਾ ਹੈ ਜਿੰਨੇ ਵਾਸਨਾ ਪੈਦਾ ਕਰਨੀ ਹੈ, ਇੱਕ ਸੁਣਨਾ ਹੈ। ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਕਿਸੇ ਦੇ ਕੋਲ ਬੈਠਦੇ ਹਾਂ, ਉਹਦੇ ਨਾਲ ਚਰਚਾ ਕੀਤੀ, ਨਿੰਦਿਆ ਸੁਣੀ, ਬਾਅਦ ਸਾਨੂੰ ਯਾਦ ਰਹਿ ਜਾਂਦੀ ਨਾ ਥੋੜ੍ਹੀ ਬਹੁਤੀ, ਭਾਵੇਂ ਇੱਕ ਵਾਕ ਹੀ ਯਾਦ ਰਹਿ ਜਾਂਦਾ ਹੈ। ਹੁਣ ਕੀਰਤਨ ਅਸੀਂ ਸੁਣਦੇ ਹਾਂ, ਬੜੀ ਦਫਾ ਉਹਦਾ ਰਸ ਯਾਦ ਰਹਿੰਦਾ, ਕੀਰਤਨ ਦੀ ਪੰਕਤੀ ਯਾਦ ਨਹੀਂ ਰਹਿੰਦੀ। ਜਿਵੇਂ ਬੰਦੇ ਕਥਾ ਵੀ ਸੁਣ ਲੈਂਦੇ ਨੇ, ਉਹ ਬਾਅਦ 'ਚ ਪੁੱਛੀਏ ਕੀ ਗੱਲ ਹੋਈ, ਉਹ ਕਹਿੰਦੇ ਨਹੀਂ ਪਤਾ ਲੱਗ ਗਿਆ ਪਰ ਪਤਾ ਨਹੀਂ ਗੱਲ ਕਿਹੜੀ ਹੋਈ। ਇਹਦਾ ਮਤਲਬ ਕਿ ਜਿਹੜੀ ਇਹ ਗੱਲ ਵਾਪਰਨੀ, ਇਹਦਾ ਮਤਲਬ ਜਿਹੜਾ ਪ੍ਰਭੂ ਦਾ ਸਿਮਰਨ ਹੈ, ਉਹ ਜਿਹੜੀਆਂ ਅਸੀਂ ਮਾਨਸਿਕ ਤੌਰ 'ਤੇ ਅਵਸਥਾ ਬਣਾਈਆਂ ਨੇ। ਹੁਣ ਜਿਵੇਂ ਪ੍ਰਭੂ ਦੀ ਸਿਫਤ ਕਰਦੇ ਹਾਂ, ਕਿੰਨੇ ਗੁਣ ਕੱਥਦੇ ਹਾਂ, ਕੋਈ ਮੂਰਤ ਨਹੀਂ ਬਣਦੀ। ਕਿਸੇ ਬੰਦੇ ਬਾਰੇ ਸਾਨੂੰ ਇੰਨਾ ਕਹਿ ਦੇਣਾ ਜੀ ਉਹ ਨਸ਼ਾ ਕਰਦਾ, ਅਸੀਂ ਸਾਰੇ ਨਸ਼ਿਆਂ ਦਾ ਉਹਦੇ ਨਾਲ ਜੋੜ ਕੇ ਬਣਾ ਲੈਂਦੇ ਹਾਂ ਜੀ, ਉਹ ਆਹ ਵੀ ਖਾਂਦਾ ਹੋਏਗਾ, ਆਹ ਵੀ ਖਾਂਦਾ ਹੋਏਗਾ। ਇਹਦਾ ਮਤਲਬ ਹੈ ਕਿ ਉਹ ਸੰਸਾਰ ਹੈ, ਸੰਸਾਰ ਦਾ ਦਖਲ ਥੋੜ੍ਹਾ ਜਿਹਾ ਦਿਓਗੇ ਅਤੇ ਅੰਦਰ ਜ਼ਿਆਦਾ ਬਣ ਜਾਏਗਾ। ਨਿਰੰਕਾਰ ਦਾ ਦਖਲ ਬਹੁਤ ਜ਼ਿਆਦਾ ਆਪਣੇ ਮਨ 'ਚ ਦੇਵਾਂਗੇ, ਫਿਰ ਥੋੜ੍ਹਾ ਜਿਹਾ ਜਾ ਕੇ ਕਿਤੇ ਅਵਸਥਾ ਬਣਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸ਼ਰਵਨ ਸੁਨੋ ਤੋ ਨਾਉ। ਹੁਣ ਇੱਕ ਸੁਣਨਾ ਹੈ ਜਿਸ ਸੁਣਨ ਦੇ ਵਿੱਚ ਮਨੁੱਖ ਦਾ ਮਨ ਮਲੀਨ ਹੁੰਦਾ ਹੈ ਨਿੰਦਿਆ ਕਰਕੇ। ਜਾਂ ਮੈਂ ਇੱਕ ਦਿਨ ਬੜਾ ਹੈਰਾਨ ਹੋਇਆ, ਇੱਕ ਗ੍ਰੰਥ ਪੜ੍ਹ ਰਿਹਾ ਸੀ, ਉਹਦੇ ਵਿੱਚ ਕਾਮ ਦੀਆਂ ਬਿਰਤੀਆਂ ਪੜ੍ਹ ਰਿਹਾ ਸੀਗਾ। ਕਾਮ ਦੀਆਂ ਬਿਰਤੀਆਂ ਕੀ ਹੁੰਦੀਆਂ ਨੇ? ਹੈਰਾਨ ਹੋਇਆ ਕਿ ਉਹਦੇ ਵਿੱਚ ਕਾਮ ਦੀ ਇੱਕ ਬਿਰਤੀ ਸ਼ਰਵਣ ਬਿਰਤੀ ਹੁੰਦੀ ਹੈ, ਜਿਹਦੇ ਵਿੱਚ ਮਨੁੱਖ ਇਸ ਤਰ੍ਹਾਂ ਦੀ ਮਹੀਨ ਨੂੰ ਆਪਣੇ ਸਾਊਂਡ ਦੁਆਰਾ ਪੂਰਾ ਕਰਦਾ ਹੈ। ਫਿਰ ਉਸ ਵਰਤਾਰੇ ਦਾ ਮੈਂ ਕੋਈ ਅਭਿਆਸ ਵੀ ਦੇਖਿਆ ਸੀ ਕਿ ਨੇਤਰਹੀਣ ਬੰਦੇ ਵੀ ਮਲੀਨਤਾ ਦੇ ਵਿੱਚ ਤੁਰੇ ਫਿਰਦੇ ਨੇ। ਕਿਉਂ? ਉਹ ਆਪਣੀ ਬਿਰਤੀ ਨੂੰ ਸਾਊਂਡ ਦੁਆਰਾ ਪੂਰਿਆਂ ਕਰ ਰਹੇ ਨੇ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸ਼ਰਵਨ ਸੁਨੋ ਤੋ ਨਾਉ, ਮੈਂ ਤੇਰਾ ਨਾਮ ਸੁਣਦਾ ਹਾਂ। ਫਿਰ ਹੁਣ ਇਸ ਨਾਮ ਸੁਣਨ ਦੇ ਵਿੱਚ ਸਮੇਂ ਸਥਾਨ ਦਾ ਰੂਪ ਰੰਗ ਆਕਾਰ ਦਾ ਫਰਕ ਫਿਰ ਮਿਟ ਜਾਂਦਾ ਹੈ। ਜਿਵੇਂ ਹੁਣ ਸਾਡੇ ਅੰਦਰ ਕੀ ਕਨਸੈਪਸ਼ਨ ਬਣੀ ਹੈ, ਸਾਡੇ ਅੰਦਰ ਅੱਲਾਹ ਤਾਲਾ ਸ਼ਬਦ ਜਾਵੇ ਨਾ ਕੰਨਾਂ ਦੁਆਰਾ, ਸਾਨੂੰ ਲੱਗਦਾ ਹੈ ਮੁਸਲਮਾਨਾਂ ਦਾ ਰੱਬ ਹੈ। ਸਾਡੇ ਅੰਦਰ ਭਗਵਾਨ ਸ਼ਬਦ ਜਾਏ ਜਾਂ ਰਾਮ ਜਾਵੇ ਸ਼ਬਦ, ਤਾਂ ਅਸੀਂ ਸਮਝਦੇ ਹਾਂ ਹਿੰਦੂਆਂ ਦਾ ਰੱਬ ਹੈ।
ਜੇ ਵਾਹਿਗੁਰੂ ਜਾਵੇ ਤਾਂ ਲੱਗਦਾ ਸਿੱਖਾਂ ਦਾ ਹੈ, ਪਰ ਗੁਰਬਾਣੀ 'ਚ ਦੇਖੋ ਮਹਾਰਾਜ ਕਹਿੰਦੇ ਜਿੰਨਾ ਕੁਝ ਸੁਣਨਾ ਮਾਲਕ ਤੇਰਾ ਹੀ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਵੀ ਸੱਦ ਮੇਰੇ ਕੰਨੀ ਪੈਂਦੀ ਹੈ, ਇਹ ਪਹਿਲਾਂ ਪਰਮੇਸ਼ਰ ਦੇ ਨਾਵਾਂ ਤੋਂ ਬਾਅਦ 'ਚ ਦੀ ਦੁਨਿਆਵੀ ਗੱਲ ਕਰਦਾ ਕਿ ਜੇ ਦੁਨੀਆ ਦੇ ਵਿੱਚ ਕੋਈ ਨਿੰਦ ਕਰਦਾ ਹੈ ਤੇ ਉਹ ਨਿੰਦ ਮੈਨੂੰ ਆਪਣਾ ਸ਼ੀਸ਼ਾ ਦਿਖਦੀ ਹੈ। ਮਤਲਬ ਕਿਸੇ ਦਾ ਸੁਣਨਾ ਜੇ ਨਿੰਦਿਆ ਰੂਪ ਦੇ ਵਿੱਚ ਮੇਰੇ ਬਾਰੇ ਹੀ ਹੈ ਤਾਂ ਉਹ ਮੈਨੂੰ ਕਹਿੰਦੇ ਆਪਣੇ ਜੀਵਨ ਦਾ ਸ਼ੀਸ਼ਾ ਦੇਖਦੀ ਹੈ। ਇਸੇ ਪ੍ਰਕਾਰ ਜਦੋਂ ਉਸਤਤ ਦੇਖਦੀ ਹੈ, ਜਦੋਂ ਮੇਰੀ ਉਸਤਤ ਸੁਣਾਈ ਪੈਂਦੀ ਹੈ ਮੇਰੇ ਕੰਨੀ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਬਿਰਦ ਦਾ ਚੇਤਾ ਆਉਂਦਾ ਹੈ ਕਿ ਉਂਝ ਤਾਂ ਇਹ ਮਾਟੀ ਦੀ ਦੇਹ ਹੈ, ਪਰ ਇਸ ਮਾਟੀ ਦੀ ਦੇਹ ਵਿੱਚ ਬੁੱਧ ਪੈਦਾ ਕੀਤੀ, ਗੁਣ ਪੈਦਾ ਕੀਤੇ, ਤੇ ਇਹਦੀ ਅੱਜ ਇੰਨੀ ਸਿਫਤ ਹੋ ਰਹੀ। ਕਹਿੰਦੇ ਇਸ ਕਰਕੇ ਮੇਰਾ ਨਿੰਦਿਆ ਵਾਲਾ ਸੁਣਨਾ ਵੀ, ਉਸਤਤ ਵਾਲਾ ਸੁਣਨਾ ਵੀ ਤੇਰਾ ਨਾਮ ਹੈ, ਕਿਉਂਕਿ ਮੈਂ ਤੇਰੇ ਨਾਲ ਜੋੜ ਕੇ ਦੇਖ ਰਿਹਾ ਹਾਂ। ਜੇ ਨਿੰਦਿਆ ਹੋ ਰਹੀ ਤਾਂ ਆਪਣੀ ਨਹੀਂ ਜਾਣ ਰਿਹਾ, ਜੇ ਕੋਈ ਨਿੰਦਿਆ ਹੋ ਰਹੀ ਹੈ ਤਾਂ ਉਦੋਂ ਜਾਣ ਰਿਹਾ ਕਿ ਮੈਨੂੰ ਤਾਂ ਮਾਲਕ ਨੇ ਪ੍ਰਭੂ ਸਰੂਪ ਪੈਦਾ ਕੀਤਾ ਹੈ, ਮੇਰੇ ਜੀਵਨ 'ਚ ਕਿਹੜੀ ਐਸੀ ਮੈਲ ਆ ਗਈ ਕਿ ਨਿੰਦਿਆ ਹੋ ਰਹੀ ਹੈ। ਕਹਿੰਦੇ ਇਸ ਕਰਕੇ ਉਹਦੀ ਨਿੰਦਿਆ ਮੇਰੇ ਲਈ ਸ਼ੀਸ਼ਾ ਬਣ ਜਾਂਦੀ ਹੈ। ਜਦੋਂ ਉਸਤਤ ਹੁੰਦੀ ਹੈ ਤਾਂ ਉਹ ਉਸਤਤ ਮੈਨੂੰ ਪ੍ਰਭੂ ਦੇ ਵੱਲ ਹੋਰ ਜ਼ਿਆਦਾ ਜੋੜ ਦਿੰਦੀ ਹੈ, ਕਿਉਂਕਿ ਉਹਦੀ ਵਡਿਆਈ ਮੇਰੇ ਦੁਆਰਾ ਪ੍ਰਗਟ ਹੋ ਰਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਰਵਨ ਸੁਨੋ ਤੋ ਨਾਉ, ਇਸ ਕਰਕੇ ਮਾਲਕ ਜਿੰਨਾ ਤੈਨੂੰ ਸੁਣਨਾ ਹੈ ਉਹ ਤੇਰਾ ਹੀ ਨਾਮ ਹੈ। ਜੇ ਇਸ ਤਰ੍ਹਾਂ ਦੀ ਮਨੁੱਖ ਸਾਧਨਾ ਕਰੇ ਤਾਂ ਜੀਵਨ ਨਿਰਮਲ ਰਹਿੰਦਾ। ਪਰ ਸਮੱਸਿਆ ਪਤਾ ਕੀ ਹੈ, ਅਸੀਂ ਜੀਵਨ ਦੇ ਇਸ ਪੱਖ ਨੂੰ ਬੜਾ ਲੇਟ ਆ ਕੇ ਬੁੱਝਦੇ ਹਾਂ। ਹੁਣ ਬੱਚੇ ਦੀ ਸ਼ੋਅ ਜਿਹੜੀ ਵੇਖੋ, ਅਸੀਂ ਬੱਚਿਆਂ ਦੀ ਪਰਵਰਿਸ਼ ਦੇ ਪ੍ਰਤੀ ਕਿੰਨੇ ਸੈਂਸਿਟਿਵ ਹੁੰਦੇ ਹਾਂ, ਪਰ ਉਹਦੀ ਸ਼ੋਅ ਦੇ ਵਿੱਚ ਕੋਈ ਸਿਮਰਨ ਦੀ ਗੁੰਜਾਰ ਪੈ ਜਾਏ, ਮਤਲਬ ਮੈਂ ਹੈਰਾਨ ਹੁੰਦਾ। ਕਈ ਦੇਖੇ ਹੋਏ ਨਾ ਜ਼ਿੰਦਗੀ ਦੇ ਸਿਲਸਿਲੇ, ਬੱਚੇ ਦਾ ਆਗਮਨ ਹੁੰਦਾ ਹੈ, ਉਹ ਕਿਸੇ ਵੱਡੀ ਪਰਮ ਸ਼ਾਂਤੀ ਦੇ ਵਿੱਚੋਂ ਜਗਤ ਵਿੱਚ ਆਇਆ ਹੈ, ਅਤੇ ਉਹ ਸ਼ਾਂਤੀ ਕਿਤੇ ਪਰਿਵਾਰ ਉਹਨੂੰ ਮਹੀਨਾ ਵੀ ਉਪਲਬਧ ਕਰਵਾ ਦੇ, ਦੁਨੀਆ 'ਚ ਐਸਾ ਨਹੀਂ ਲੱਭਾ। ਪੂਰਾ ਰੌਲਾ ਪਾਉਣਗੇ, ਚਾਹੇ ਹੌਸਪੀਟਲ ਹੋਵੇ ਚਾਹੇ ਘਰ ਹੋਵੇ, ਕਿ ਉਹ ਕਿਸੇ ਵੱਡੀ ਸ਼ਾਂਤੀ 'ਚ ਉਹਦੀ ਲਿਵ ਛੁੜਕੀ, ਉਹਦਾ ਦਰਦ ਸਮਝੋ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਰੋਵੈ ਦੁੱਖ ਆਪਣਾ ਹੱਸ ਹੱਸ ਗਾਵੈ, ਸਭ ਪਰਿਵਾਰਾ ਜਗਤ ਕਿੰਨੀ ਛੇਤੀ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੂੰ ਆਪਣੇ ਅਧੀਨ ਕਰਦਾ ਹੈ। ਬੱਚੇ ਨੂੰ ਜੰਮੇ ਨੂੰ 1 ਘੰਟਾ ਨਹੀਂ ਹੋਇਆ ਨਾਮ ਵੀ ਰੱਖ ਦਿੰਦੇ ਨੇ। ਮਤਲਬ ਉੱਥੋਂ ਦਖਲ ਆਉਂਦਾ ਕਿ ਇਹ ਹੁਣ ਸੰਸਾਰੀ ਬਣਾਉਣਗੇ, ਇਹਨੂੰ ਨਿਰੰਕਾਰੀ ਨਹੀਂ ਬਣਾ ਸਕਦੇ, ਕਿਉਂਕਿ ਜਿਨ੍ਹਾਂ ਨੇ ਆਪਣਾ ਨਾਮ, ਆਪਣੀ ਗੁੜਤੀ, ਆਪਣਾ ਸਾਰਾ ਕੁਝ ਦੇਣਾ ਸ਼ੁਰੂ ਕਰ ਦਿੱਤਾ ਹੈ, ਇਹਨਾਂ ਨੇ ਉਹਨੂੰ ਬੇਨਾਮ ਰਹਿਣ ਹੀ ਨਹੀਂ ਦਿੱਤਾ। ਕਿ ਮਾਲਕ ਨੇ ਤਾਂ ਬੇਨਾਮ ਭੇਜਿਆ, ਬੇਜਾਤ ਭੇਜਿਆ। ਜੇ ਕਿਤੇ ਗੁਰਦੁਆਰਾ ਸਾਹਿਬ ਅਰਦਾਸ ਕਰਾਉਣਗੇ ਤਾਂ ਉਹਦੇ ਨਾਲ ਉਹਦੇ ਕਈ ਗੋਤ ਵੀ ਜੋੜ ਦੇਣਗੇ। ਪਰ ਬੰਦਾ ਹੁੰਦਾ ਕਿ ਸੰਸਾਰ ਤੁਹਾਨੂੰ ਠੱਗੇਗਾ ਹੀ ਠੱਗੇਗਾ। ਤਾਂ ਭਗਤ ਕਬੀਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਰੋਵੈ ਦੁੱਖ ਆਪਣਾ। ਕੋਈ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਬੱਚੇ ਦੀ ਰੋਣ ਨੂੰ ਉਹਦੀ ਅਧਿਆਤਮਿਕ ਦੀ ਪੀੜ ਸਮਝੇ? ਨਹੀਂ ਸਮਝਦੇ ਲੋਕ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਰਵਨ ਸੁਨੋ ਤੋ ਨਾਉ। ਇਸ ਕਰਕੇ ਸਾਨੂੰ ਇਹ ਗੱਲਾਂ ਦੇਖਣੀਆਂ ਚਾਹੀਦੀਆਂ ਅੱਜ ਦੇ ਸਮੇਂ 'ਚ। ਜਿਹੜਾ ਅਸੀਂ ਕਹਿ ਰਹੇ ਨਾ ਸਿੱਖੀ ਦਾ ਪਰਚਮ ਘਟਦਾ ਜਾ ਰਿਹਾ, ਸਾਡੇ ਕੋਲੋਂ ਸਾਡੇ ਬੱਚਿਆਂ ਦੀ ਅਧਿਆਤਮਿਕ ਪਰਵਰਿਸ਼ ਨਹੀਂ ਬਚੀ, ਉਹਨਾਂ ਦੀ ਸਰੀਰਕ ਪਰਵਰਿਸ਼ ਹੈ ਸਾਡੇ ਕੋਲ, ਬੌਧਿਕ ਪਰਵਰਿਸ਼ ਵੀ ਨਹੀਂ ਹੈਗੀ। ਜੇ ਬੌਧਿਕ ਪਰਵਰਿਸ਼ ਹੋਵੇ ਤਾਂ ਪੰਜਾਬ 'ਚ ਵਿਦਵਾਨ ਪੈਦਾ ਹੋਣ, ਉਹ ਵੀ ਨਹੀਂ ਹੈਗੀ। ਕੇਵਲ ਸਾਡੇ ਕੋਲ ਸਰੀਰਕ ਪਰਵਰਿਸ਼ ਹੈ ਕਿ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਉਹਦੀ ਡਾਈਟ ਦਾ, ਹੋਰ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਰਵਨ ਸੁਨੋ ਤਾਂ ਤੋ ਨਾਉ, ਮਾਲਕ ਹੁਣ ਸਾਰਾ ਮੇਰਾ ਦੇਖਣਾ ਅਤੇ ਸਾਰਾ ਮੇਰਾ ਜਿਹੜਾ ਹੈ। ਹੁਣ ਇਸ ਦੇ ਵਿੱਚ ਇੱਕ ਹੋਰ ਪੱਖ ਹੈ, ਮੈਂ ਇਹਨਾਂ ਪੱਖਾਂ ਨੂੰ ਜੇ ਜ਼ਿਆਦਾ ਬਰੀਕੀ ਦੇ ਵਿੱਚ ਜਾਈਏ ਤਾਂ ਬੜਾ ਵਿਸਥਾਰ ਹੋ ਜਾਂਦਾ ਹੈ। ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਇੱਕ ਜਗ੍ਹਾ ਕਿਸੇ ਕੋਈ ਫਕੀਰ ਗੁਜ਼ਰ ਰਿਹਾ ਸੀ, ਉਹ ਪਹਿਲਾਂ ਮੰਦਰ ਅੱਗੋਂ ਲੰਘਿਆ ਅਤੇ ਫਿਰ ਉਹ ਇੱਕ ਵੇਸਵਾ ਦੇ ਦੁਆਰ ਅੱਗੋਂ ਲੰਘਿਆ। ਹੁਣ ਉਹਨੇ 2 ਦੁਆਰ ਦੇਖੇ ਨੇ, ਅੱਗੇ ਜਾ ਕੇ ਕੀ ਸੋਚਦਾ ਉਹਨੇ ਆਪਣੇ ਮਨ ਦਾ ਵਲਵਲਾ ਪ੍ਰਗਟ ਕੀਤਾ। ਕਹਿੰਦਾ ਇੱਕ ਬੰਦੇ ਧਰਮ ਦਾ ਮੰਦਰ ਬਣਾ ਕੇ ਉਹਦੇ ਅੰਦਰ ਬੈਠੇ ਨੇ, ਧਰਮ ਦਾ ਮੰਦਰ ਸੋਹਣਾ, ਉਹਨਾਂ ਦਾ ਲਿਬਾਸ ਸੋਹਣਾ ਹੈ, ਕਹਿੰਦੇ ਪਰ ਉਹਨਾਂ ਦਾ ਅੰਤਰ ਮਲੀਨ ਹੈ। ਇਸ ਕਰਕੇ ਉਹਨਾਂ ਨੇ ਬਾਹਰੋਂ ਸਫਾਈ ਦਾ ਚੁਗਿਰਦਾ ਬਣਾ ਕੇ ਅੰਦਰ ਮੈਲ ਰੱਖੀ ਹੋਈ ਹੈ। ਕਹਿੰਦੇ ਦੂਜੇ ਪਾਸੇ ਇੱਕ ਵੇਸਵਾ ਦਾ ਦੁਆਰ ਹੈ, ਜਿਹੜੀ ਪਤਾ ਨਹੀਂ ਕਿੰਨਿਆਂ ਮਨੁੱਖਾਂ ਦੀ ਮੈਲ ਨੂੰ ਆਪਣੇ ਥਾਂ 'ਤੇ ਅੰਜਾਮ ਦੇ ਕੇ ਅਤੇ ਧਰਤੀ ਦੇ ਹੋਰ ਮਨੁੱਖਿਆਂ ਹਿੱਸਿਆਂ ਨੂੰ ਸੁਰੱਖਿਅਤ ਕਰ ਰਹੀ ਹੈ। ਉਹਦੇ ਅੰਦਰ ਕਿੱਡਾ ਵੱਡਾ ਦ੍ਰਿਸ਼ਟੀਕੋਣ ਪੈਦਾ ਹੋਇਆ ਕਿ ਉਹ ਧਰਮ ਦੇ ਅੰਦਰ ਜਿਹੜੀ ਮਲੀਨਤਾ ਚੱਲ ਰਹੀ ਉਹਨੂੰ ਵੀ ਉਹਨੇ ਦੇਖ ਲਿਆ, ਅਤੇ ਮਲੀਨਤਾ ਦੇ ਅੰਦਰ ਜਿਹੜਾ ਕੋਈ ਸੱਚ ਜਾਂ ਕੁਝ ਸਾਫ਼ ਅੰਸ਼ ਪਏ ਨੇ ਉਹਨੂੰ ਵੀ ਦੇਖ ਲਿਆ। ਇਹ ਦ੍ਰਿਸ਼ਟੀ ਐਡੀ ਵੱਡੀ ਦ੍ਰਿਸ਼ਟੀ ਨਹੀਂ ਕਿਤੇ ਮਿਲਦੀ, ਅਤੇ ਇਹ ਸਿਮਰਨ ਅਭਿਆਸ ਨਾਲ ਪੈਦਾ ਹੁੰਦੀ ਹੈ। ਹੁਣ ਸਾਡੇ ਦੇਖਣ ਵਿੱਚ ਦਵੈਤ ਵੀ ਹੁੰਦਾ ਹੈ, ਸਾਡੇ ਦੇਖਣ ਦੇ ਵਿੱਚ ਕ੍ਰੋਧ ਵੀ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਆਪਣੇ ਜੀਵਨ ਨੂੰ ਨਿਰਮਲ ਕਰਨਾ ਸੀ, ਫਿਰ ਜਿੰਨਾ ਕੁਝ ਦੇਖਿਆ ਪ੍ਰਭੂ ਨੂੰ ਦੇਖਿਆ, ਜਿੰਨਾ ਕੁਝ ਸੁਣਿਆ ਪ੍ਰਭੂ ਨੂੰ ਸੁਣਿਆ। ਤਾਂ ਭਗਤ ਕਬੀਰ ਸਾਹਿਬ ਜੀ ਅੱਗੇ ਕਹਿੰਦੇ ਬੈਨ ਉਚਰੋ ਤੋ ਨਾਮ ਜੀ। ਇਸ ਕਰਕੇ ਮਾਲਕ ਹੁਣ ਕੁਝ ਜ਼ੁਬਾਨ ਤੋਂ ਵੀ ਜਿਹੜਾ ਉਚਾਰਨਾ ਹੈ ਉਹ ਵੀ ਉਚਾਰਨਾ ਤੈਨੂੰ ਹੀ ਹੈ। ਹੁਣ ਇਹਦੇ ਵਿੱਚ ਮਨੋਵਿਗਿਆਨ ਸਮਝ ਲਓ ਇਸ ਗੱਲ ਦਾ।
ਅੱਖ ਦੁਆਰਾ ਦ੍ਰਿਸ਼ ਪੈਦਾ ਹੁੰਦਾ ਹੈ, ਦ੍ਰਿਸ਼ ਦੁਆਰਾ ਉਸ ਦਾ ਗਿਆਨ ਪੈਦਾ ਹੁੰਦਾ ਅਤੇ ਗਿਆਨ ਦੁਆਰਾ ਉਹਦੇ ਬਾਰੇ ਬੰਦਾ ਜਿਹੜਾ ਹੈ ਸੁਣ ਕੇ ਅਤੇ ਦੇਖ ਕੇ ਗਿਆਨ ਪੈਦਾ ਕਰਦਾ ਹੈ। ਫਿਰ ਜਦੋਂ ਉਹਦੇ ਅੰਦਰ ਗਿਆਨ ਦਾ ਕੁਝ ਆਪਣਾ ਮੌਲਿਕ ਅਨੁਭਵ ਪੈਦਾ ਹੋ ਜਾਂਦਾ ਹੈ, ਫਿਰ ਉਹਨੂੰ ਵਿਅਕਤ ਕਰਨਾ ਸ਼ੁਰੂ ਕਰ ਦਿੰਦਾ। ਇਸ ਕਰਕੇ ਅਸੀਂ ਜਿੰਨਾ ਕੁਝ ਬੋਲਦੇ ਹਾਂ ਉਹਦੇ ਵਿੱਚ ਉਹਦਾ ਇੱਕ ਭਾਵ ਹੈ ਕਿ ਜੋ ਸਾਡਾ ਦੇਖਣਾ ਜਾਂ ਸੁਣਨਾ ਹੈ ਉਹੀ ਸਾਡੇ ਅੰਦਰੋਂ ਬਾਹਰ ਆਏਗਾ, ਕਿਉਂਕਿ ਪਹਿਲਾਂ ਅੰਦਰ ਇਹ ਭੇਜਿਆ ਹੋਇਆ ਹੈ। ਜੇ ਹੁਣ ਮਨੁੱਖ ਜਿਵੇਂ ਕਈ ਵਾਰੀ ਨਹੀਂ ਤੇ ਬੰਦੇ ਦਾ ਧਿਆਨ ਜੁੜਦਾ, ਉਹਦਾ ਮਤਲਬ ਕੀ ਹੈ ਕਿ ਦੇਖਣ ਦੁਆਰਾ ਸੁਣਨ ਦੁਆਰਾ ਪਹਿਲਾਂ ਗਲਤ ਭੇਜਿਆ ਗਿਆ, ਇਸ ਕਰਕੇ ਉਹਦੇ ਅੰਦਰ ਸਹੀ ਨਹੀਂ ਬਣੇਗਾ। ਉਹ ਜਦੋਂ ਬਾਹਰ ਆਏਗਾ ਫਿਰ ਸਹੀ ਬਣੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬੈਨ ਉਚਰੋ ਤੋ ਨਾਮ ਦੀ ਮਾਲਕ, ਤੇਰੀ ਹੋਂਦ ਨੂੰ ਸਭ ਜਗ੍ਹਾ ਰਮਿਆ ਜਾਣਿਆ ਹੈ। ਜਿੰਨਾ ਕੁਝ ਸੁਣਿਆ ਉਹ ਤੈਨੂੰ ਹੀ ਹੋ ਕੇ ਸੁਣਿਆ ਹੈ। ਅਤੇ ਕਹਿੰਦੇ ਹੁਣ ਜਦੋਂ ਮੇਰੇ ਅੰਦਰ ਸਿਫਤ ਸਲਾਹ ਪੈਦਾ ਹੋ ਰਹੀ ਹੈ ਤਾਂ ਉਦੋਂ ਕੀ ਪੈਦਾ ਹੋ ਰਹੀ ਹੈ? ਉਦੋਂ ਤੇਰਾ ਹੀ ਨਾਮ ਪੈਦਾ ਹੋ ਰਿਹਾ। ਤੋ ਨਾਮ ਜੀ, ਤੇਰਾ ਨਾਮ ਪੈਦਾ ਹੋ ਰਿਹਾ, ਚਾਹੇ ਉਹ ਮੈਂ ਕਿਸੇ ਦਾ ਲੈ ਲਾਂ, ਚਾਹੇ ਉਹ ਮੈਂ ਦੁਨਿਆਵੀ ਸੰਬੰਧਾਂ ਦਾ ਨਾਮ ਵੀ ਕਿਉਂ ਨਾ ਲੈ ਲਾਂ, ਚਾਹੇ ਉਹ ਮੈਂ ਕਿਸੇ ਨੀਚਤਾ ਦਾ ਨਾਮ ਕਿਉਂ ਨਾ ਲੈ ਲਾਂ, ਉਹ ਤੇਰਾ ਹੀ ਨਾਮ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬੈਨ ਉਚਰੋ ਤੋ ਨਾਮ ਜੀ। ਇਸ ਕਰਕੇ ਮੈਨੂੰ ਆਪਣੀ ਰਸਨਾ ਦਾ ਪ੍ਰਯੋਜਨ ਸਮਝ ਆਇਆ ਕਿ ਇਹਦੇ 'ਤੇ ਪ੍ਰਭੂ ਦੇ ਗੁਣਾਂ ਦਾ ਵਾਸ ਹੋਣਾ ਚਾਹੀਦਾ ਅਤੇ ਉਹੀ ਗੁਣ ਉਚਾਰਨੇ ਸ਼ੋਭ ਨੀਕ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਤਰ੍ਹਾਂ ਦੀ ਸਾਧਨਾ ਕਰਦਿਆਂ ਚਰਨ ਕਮਲ ਰਿੱਧ ਠਾਓ, ਅਤੇ ਫਿਰ ਜੀਵਨ ਦੇ ਵਿੱਚ ਇੱਕ ਸ਼ਾਂਤ ਰਸ ਪੈਦਾ ਹੁੰਦਾ ਹੈ। ਜਿਸ ਸ਼ਾਂਤ ਰਸ ਦੇ ਵਿੱਚੋਂ ਫਿਰ ਉਹ ਅਵਸਥਾ ਦੇ 3 ਪੱਧਰ ਨੇ। ਸ਼ਾਂਤ ਰਸ ਦਾ ਮਤਲਬ ਪਤਾ ਕੀ ਹੁੰਦਾ? ਸਰਲ ਜਾਪ ਦੇ ਸਨਮੁਖ ਰੱਖਦਿਆਂ ਜਦੋਂ ਅਸੀਂ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਦੇ ਹਾਂ ਉਦੋਂ ਸਾਡੇ ਮਨ ਅੰਦਰ ਇੱਕ ਸ਼ਾਂਤ ਰਸ ਵਰਤਦਾ ਹੈ, ਪਰ ਉਹ ਥੋੜ੍ਹੇ ਸਮੇਂ ਦਾ ਹੁੰਦਾ ਹੈ। ਜਦੋਂ ਕੀਰਤਨ ਦੀ ਧੁਨ ਬੰਦ ਹੋਈ ਸਾਡਾ ਰਸ ਟੁੱਟ ਗਿਆ। ਫਿਰ ਕੀ ਹੁੰਦਾ ਹੈ ਕਿ ਫਿਰ ਇੱਕ ਕੀਰਤਨ ਜਿਹੜਾ ਸੁਣਿਆ, ਫਿਰ ਇਹਨੂੰ ਇਸੇ ਸੁਣਨ ਨੂੰ ਜਾਂ ਤਾਂ ਸਿਮਰਤੀ 'ਚ ਵਸਾ ਕੇ ਅਤੇ ਦੁਬਾਰਾ ਉਹ ਭਾਵਾਂ ਦੇ ਵਿੱਚ ਰਹੇ। ਪਰ ਇੰਜ ਮਨੁੱਖ ਦੀ ਸਾਧਨਾ ਹੁੰਦੀ ਨਹੀਂ। ਬਹੁਤ ਘੱਟ ਬੰਦਿਆਂ ਨੂੰ ਇਹ ਹੁਨਰ ਹੁੰਦਾ ਹੈ ਕਿ ਜਿਹੜੀ ਧੁਨ ਸੁਣੀ ਹੈ ਉਹ ਸਾਰਾ ਦਿਨ ਦਿਮਾਗ ਦੇ ਵਿੱਚ ਚੱਲਦੀ ਰਹੇ। ਇਹ ਬਹੁਤ ਘੱਟ ਬੰਦਿਆਂ ਦਾ ਹੁੰਦਾ ਹੈ। ਫਿਰ ਕੀ ਕਰੇ? ਫਿਰ ਉਸ ਧੁਨ ਨੂੰ ਆਪਣੀ ਜ਼ੁਬਾਨ ਤੋਂ ਉਚਾਰਨ ਕਰੇ। ਜਿਸ ਧੁਨ ਦੇ ਵਿੱਚੋਂ ਰਸ ਆਇਆ ਹੈ ਉਸੇ ਧੁਨ ਨੂੰ ਆਪਣੀ ਜ਼ੁਬਾਨ ਤੋਂ ਉਚਾਰਨ ਕਰੇ, ਅਤੇ ਉਚਾਰਨ ਕਰਕੇ ਉਸੇ ਰਸ ਨੂੰ ਅਦਰ ਦੇ ਲਈ ਨਹੀਂ, ਆਪਣੇ ਆਪ ਦੇ ਲਈ ਹੀ ਸੁਣੇ। ਜੋ ਵੀ ਉਚਾਰਨ ਕੀਤਾ ਆਪਣੀ ਜ਼ੁਬਾਨ ਤੋਂ ਉਹਨੂੰ ਫਿਰ ਉਸੇ ਤਰ੍ਹਾਂ ਸੁਣੇ। ਫਿਰ ਇਹ ਸ਼ਾਂਤ ਰਸ ਥੋੜ੍ਹਾ ਥੋੜ੍ਹਾ ਦ੍ਰਿੜ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਜਦੋਂ ਅੱਗੇ ਜਾ ਕੇ ਬੜਾ ਵੱਧ ਜਾਂਦਾ ਹੈ ਫਿਰ ਇਹਦਾ ਟਿਕਾਅ ਬਣ ਜਾਂਦਾ। ਉਹਦੇ ਟਿਕਾਅ ਬਣੇ ਦੇ ਲੱਛਣ ਕੀ ਹਨ? ਕਿਵੇਂ ਪਤਾ ਲੱਗੇ ਕਿ ਕੋਈ ਬੰਦਾ ਸ਼ਾਂਤ ਰਸ ਦੇ ਵਿੱਚ ਹੈ? ਉਸ ਬੰਦੇ ਦੀ ਜੇ ਗੱਲਬਾਤ ਸੁਣਾਂਗੇ, ਉਹ ਮਨੁੱਖ ਦੇ ਗੁਣਾਂ ਦਾ ਜ਼ਿਕਰ ਪ੍ਰਥਮ ਕਰੇਗਾ ਅਤੇ ਉਹਦੇ ਅਵਗੁਣਾਂ ਦਾ ਜ਼ਿਕਰ ਬਾਅਦ ਦੇ ਵਿੱਚ ਕਰੇਗਾ, ਉਹਦੇ ਸ਼ਾਂਤ ਰਸ ਦਾ। ਇਸ ਕਰਕੇ ਉਹਦੇ ਸ਼ਾਂਤ ਰਸ ਵਿੱਚ ਬਣੇ ਹੋਣ ਕਰਕੇ ਜਿਹੜੇ ਦੁਨੀਆ ਦੇ ਉਹਨੂੰ ਕਹੇ ਜਾਣ ਵਾਲੇ ਵਾਕ ਨੇ ਉਹ ਉਹਨਾਂ ਦੀ ਕੀ ਕਹਿੰਦੇ ਅਸੀਂ ਕਲਾਸੀਫਿਕੇਸ਼ਨ ਕਰ ਲੈਂਦਾ ਹੈ ਕਿ ਇਹਦਾ ਇਹ ਵਾਕ ਈਗੋ ਸੈਂਟਰਿਕ ਆਇਆ, ਇਹਦਾ ਵਾਕ ਦਵੈਸ਼ ਵਿੱਚ ਆਇਆ, ਇਹਦਾ ਵਾਕ ਸੁਹਿਰਦ ਪੁਣੇ ਵਿੱਚੋਂ ਆਇਆ। ਫਿਰ ਇਸ ਕਰਕੇ ਉਹ ਆਪਣੇ ਅੰਦਰਲੇ ਸ਼ਾਂਤ ਰਸ ਨੂੰ ਇਸ ਕਰਕੇ ਭਗਤ ਨੂੰ ਕੋਈ ਦਿਖਾ ਨਹੀਂ ਸਕਦਾ। ਜੇ ਭਗਤ ਨੂੰ ਕਿਸੇ ਨੇ ਗਾਲ ਵੀ ਕੱਢੀ ਹੈ ਤਾਂ ਉਹ ਉਸ ਗਾਲ ਦੇ ਅੰਦਰਲੇ ਪੱਖ ਨੂੰ ਬੁੱਝ ਲੈਂਦਾ ਹੈ ਕਿ ਇਹ ਗਾਲ ਇਹਦੀ ਸੁਹਿਰਦ ਪੁਣੇ 'ਚੋਂ ਆਈ ਹੈ, ਈਰਖਾ 'ਚੋਂ ਆਈ ਹੈ, ਈਗੋ ਸੈਂਟਰਿਕ 'ਚੋਂ ਆਈ, ਕਿਹਦੇ 'ਚੋਂ ਆਈ ਹੈ। ਇਸ ਕਰਕੇ ਫਿਰ ਭਗਤ ਨੂੰ ਪਤਾ ਕਿ ਮੇਰਾ ਅੰਦਰ ਉੱਚਾ ਹੈ, ਜਿਹੜਾ ਇਹਨੇ ਵਾਕ ਬੋਲਿਆ ਉਹ ਮੇਰੇ ਅੰਦਰ ਦੇ ਪੱਧਰ ਦਾ ਨਹੀਂ। ਇਸ ਕਰਕੇ ਉਹਦੇ ਵਚਨਾਂ 'ਤੇ ਧਿਆਨ ਹੀ ਨਹੀਂ ਧਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸ਼ਾਂਤ ਰਸ ਬਣਦਾ ਹੈ। ਫਿਰ ਸ਼ਾਂਤ ਰਸ ਦੇ ਵਿੱਚ ਕੀ ਹੁੰਦਾ? ਬੰਦੇ ਦਾ ਦੁਨੀਆ ਦੇ ਨਾਲੋਂ ਨਾ ਇੱਕ ਨਾਤਾ ਵੱਖਰਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਦੁਨੀਆ ਨੂੰ ਜਿਹੜੇ ਮੱਝ ਦ੍ਰਿਸ਼ਟੀਕੋਣਾਂ ਤੋਂ ਮਾਪੇ ਉਹ ਆਪਣੇ ਆਪ ਦੇ ਵਿੱਚ ਮਗਨ ਰਹਿਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਕੀਰਤਨ ਦੀ ਧੁਨ ਨੂੰ ਹਰ ਵੇਲੇ ਸੰਗੀਤਕ ਬਣਾਈ ਰੱਖਦੀ ਹੈ। ਕਈ ਸ਼ਾਇਦ ਦੇਖਿਆ ਹੋਵੇ, ਕਦੇ ਆਪ ਜੀ ਨੇ ਵੱਡਿਆਂ ਬੰਦਿਆਂ ਦੀਆਂ ਗੱਲਾਂ ਸੁਣੀਆਂ ਹੋਣ ਤਾਂ ਦੁਨੀਆ ਉਹਨਾਂ ਨੂੰ ਗਾਲਾਂ ਕੱਢ ਰਹੀ ਸੀ। ਉਹ ਆਪਣੇ ਹੁਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਅਸੀਂ ਸੁਣਦੇ ਹਾਂ ਕਿ ਬੜੇ ਨਗਰ ਦੇ ਲੋਕਾਂ ਨੇ ਉਹਨਾਂ ਨੂੰ ਬੁਰਾ ਭਲਾ ਵੀ ਕਿਹਾ, ਪਰ ਗੁਰੂ ਨਾਨਕ ਸਾਹਿਬ ਜੀ ਕੀ ਉਹਨਾਂ ਦੇ ਕੰਨੀ ਸ਼ਬਦ ਨਹੀਂ ਸੀ ਪੈ ਰਹੇ ਕਿ ਲੋਕ ਉਹਨਾਂ ਨੂੰ ਭੂਤਨਾ ਬੇਤਾਲਾ ਕਹਿ ਰਹੇ ਨੇ? ਕੋਈ ਭੂਤਨਾ ਬੇਤਾਲਾ ਕਹਿ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਦੇ ਕੰਨੀ ਕੀ ਇਹ ਸ਼ਬਦ ਨਹੀਂ ਪੈ ਰਹੇ ਸਨ। ਪਰ ਉਹ ਸ਼ਬਦ ਜਿਹੜੀ ਅੰਦਰ ਉਹਨਾਂ ਦੇ ਕੀਰਤਨ ਦੀ ਸੁਰ ਚੱਲ ਰਹੀ ਸੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਸਨ। ਤਾਂ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉ ਰਾਨਾ। ਮੈਂ ਤਾਂ ਬੌਰਾ ਹਾਂ ਅਤੇ ਇਹਨਾਂ ਲੋਕਾਂ ਨੂੰ ਸਮਝ ਲੱਗਦੀ ਕਿ ਸ਼ਾਇਦ ਮੈਂ ਇਹਨਾਂ ਵਾਂਗ ਚੱਲ ਰਿਹਾ। ਜਿਵੇਂ ਇਹ ਗਾਲ ਕੱਢ ਰਹੇ ਨੇ, ਗਾਲ ਦਾ ਮਤਲਬ ਗਾਲ ਹੀ ਸਮਝਦੇ ਨੇ। ਇਹ ਮੈਨੂੰ ਕੱਢ ਰਹੇ ਨੇ ਪਰ ਕਹਿੰਦੇ ਮੈਨੂੰ ਉਹ ਉਵੇਂ ਸੁਣਾਈ ਨਹੀਂ ਦੇ ਰਹੀ, ਮੈਨੂੰ ਕਿਸੇ ਹੋਰ ਤਰੀਕੇ ਨਾਲ ਸੁਣਾਈ ਦੇ ਰਹੀ ਹੈ ਕਿ ਪ੍ਰਭੂ ਇਹਨਾਂ ਨੂੰ ਉੱਤਮ ਮੱਤ ਪਾ, ਇਹ ਗਾਲ ਨਹੀਂ, ਇਹ ਸਿਫਤ ਸਲਾਹ ਉਚਾਰਨ ਕਰਨ। ਕਿਉਂਕਿ ਕੀਰਤਨ ਜੇ ਮੇਰਾ ਆਧਾਰ ਬਣ ਗਿਆ ਹੈ,
ਉਹਨੇ ਮੈਨੂੰ ਬੌਰਿਆਂ ਕਰ ਦਿੱਤਾ ਅਤੇ ਉਸ ਬੌਰੇ ਦੇ ਵਿੱਚ ਜਗਤ ਦੀ ਸੈਂਸ ਹੀ ਨਹੀਂ ਬਚੀ। ਇਸ ਕਰਕੇ ਇਹਨਾਂ ਨੂੰ ਵੀ ਬੌਰੇ ਕਰਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇੱਕ ਜਗ੍ਹਾ ਆਪ ਨਾ ਕੀਓ ਰਾਮ ਕੀਓ ਬੌਰਾ। ਬੌਰੇ ਦਾ ਭਾਵ ਕੀ ਹੈ ਕਿ ਇਹ ਜਗਤ ਦੀ ਪ੍ਰਤੀਤ ਵਿਸਾਰ ਦੇਣੀ। ਕਿਉਂ ਵਿਸਾਰ ਦੇਣੀ? ਕਿਉਂਕਿ ਜਿਹੜੇ ਜਗਤ ਨੇ ਅੱਜ ਤੁਹਾਡੀ ਸਿਫਤ ਕੀਤੀ ਹੈ ਕੱਲ੍ਹ ਨੂੰ ਨਿੰਦਿਆ ਵੀ ਕਰੇਗਾ। ਜਿੰਨੇ ਅੱਜ ਤੁਹਾਨੂੰ ਸੁੱਖ ਪਹੁੰਚਾਏ ਨੇ ਕੱਲ੍ਹ ਦੁੱਖ ਵੀ ਪਹੁੰਚਾਏਗਾ, ਕਿਉਂਕਿ ਇਹ ਦੋ ਪਰਤੀ ਹੈ। ਇਸ ਕਰਕੇ ਦੁਨੀਆ ਸ਼ਬਦ ਦਾ ਮਤਲਬ ਕੀ ਹੈ ਕਿ ਜਿਹਦੀਆਂ ਦੋ ਨੀਹਾਂ ਨੇ ਅਤੇ ਮਕਾਨ ਇੱਕ ਉਸਰਨਾ ਹੀ ਨਹੀਂ, ਇੱਕ ਨਹੀਂ ਅਤੇ ਇੱਕ ਮਕਾਨ ਉਸਰਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਰਿੱਧ ਠਾਓ। ਜਦੋਂ ਬੰਦੇ ਦੇ ਅੰਦਰ ਸ਼ਾਂਤ ਰਸ ਵਾਪਰਦਾ ਹੈ ਫਿਰ ਹੁੰਦਾ ਕੀ ਹੈ, ਫਿਰ ਉਹਨੂੰ ਹੁਣ ਜਿਵੇਂ ਕਈ ਵਾਰੀ ਸਾਡੇ ਜੀਵਨ 'ਚ ਕਿਲ ਵਿਖ ਚੱਲਦਾ ਹੈ। ਕਿਲ ਵਿਖ ਕਿਵੇਂ ਚੱਲਦਾ? ਕਈ ਵਾਰੀ ਜਦੋਂ ਅਸੀਂ ਬਾਣੀ ਦਾ ਉਪਦੇਸ਼ ਸੁਣਦੇ ਹਾਂ, ਵਿਚਾਰ ਸੁਣਦੇ ਹਾਂ, ਆਪਣੇ ਆਪ ਨੂੰ ਵਾਚਦੇ ਹਾਂ, ਤਾਂ ਫਿਰ ਸਾਨੂੰ ਆਪਣੇ ਜੀਵਨ ਦੇ ਕਈ ਮੰਦ ਕਰਮ ਜਿਹੜੇ ਅਗਿਆਨ ਵਿੱਚ ਕੀਤੇ ਉਹ ਯਾਦ ਆਉਂਦੇ ਨੇ। ਫਿਰ ਉਹਨਾਂ ਕਰਕੇ ਸਾਨੂੰ ਆਪਣੇ ਆਪ 'ਤੇ ਸ਼ਰਮਸਾਰੀ ਵੀ ਆਉਂਦੀ ਹੈ। ਇਹ ਸ਼ਰਮਸਾਰੀ ਆਉਣੀ ਉਹ ਫਿਰ ਬਾਰ-ਬਾਰ ਆਉਂਦੀ ਰਹਿੰਦੀ ਹੈ। ਬਾਰ-ਬਾਰ ਆਉਣ ਨੂੰ ਕਿਲ ਵਿਖ ਕਿਹਾ ਗਿਆ ਹੈ। ਤਾਂ ਫਿਰ ਹੁੰਦਾ ਕੀ ਹੈ ਕਿ ਜਿਨਨੇ ਇਸ ਤਰ੍ਹਾਂ ਦੀ ਸਾਧਨਾ ਪੈਦਾ ਕਰ ਲਈ ਹੈ ਕਿ ਨੈਣ ਨਿਹਾਰੋ ਤੁਝ ਕੋ, ਅਤੇ ਉਹ ਜਦੋਂ ਇਸ ਤਰ੍ਹਾਂ ਦਾ ਦੇਖਣਾ ਆਰੰਭ ਕਰ ਦਿੰਦਾ ਹੈ ਫਿਰ ਉਹਦੇ ਨੇਤਰ ਨਿਰਮਲ ਕਰਮ ਕਰਦੇ ਨੇ। ਨਿਰਮਲ ਕਰਮ ਕਰਕੇ ਫਿਰ ਉਹਦੇ ਅੰਦਰ ਕਿਤੇ ਇਹ ਮੈਲ ਪੈਦਾ ਹੁੰਦੀ ਨਹੀਂ ਕਿ ਮੈਂ ਦੇਖਿਆ ਨਹੀਂ ਹੈ। ਇਸ ਕਰਕੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਹੁਣ ਇਸ ਸਲੋਕ ਨੂੰ ਜੇ ਇੱਕ ਦੋ ਵਾਕਾਂ 'ਚ ਕਹਿਣਾ ਹੋਵੇ ਤਾਂ ਐਂ ਕਹਿ ਸਕਦੇ ਹਾਂ ਕਿ ਤੁਹਾਡਾ ਦੇਖਣਾ ਵੀ ਬੰਦਗੀ ਹੈ, ਤੁਹਾਡਾ ਸੁਣਨਾ ਵੀ ਬੰਦਗੀ ਹੈ, ਅਤੇ ਤੁਹਾਡਾ ਜਿਹੜਾ ਉਚਾਰਨਾ ਵੀ ਬੰਦਗੀ ਹੈ। ਹੁਣ ਗੱਲ ਕੀ ਹੈ ਕਿ ਮਨੁੱਖ ਸਿਰਫ ਆਪਣੀ ਬੰਦਗੀ ਸਮਝਦਾ ਹੈ ਕਿ ਮੈਂ ਇੰਨੇ ਟਾਈਮ ਦੇ ਵਿੱਚ ਪਾਠ ਕਰ ਲਿਆ ਅਤੇ ਇਹ ਮੇਰੀ ਬੰਦਗੀ ਹੋ ਗਈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਨੈਣ ਨਿਹਾਰੋ ਤੁਝ ਕਉ, ਜੇਤਾ ਦੇਖਣਾ ਉਹ ਪ੍ਰਭੂ ਦਾ ਨਾਮ। ਉਸ ਸਾਰੇ ਦੇਖਣ ਦੇ ਵਿੱਚੋਂ ਫਿਰ ਹੁੰਦਾ ਕੀ ਹੈ ਕਿ ਮੂਰਤਾਂ। ਹੁਣ ਜਿਵੇਂ ਅਸੀਂ ਗੁਰਬਾਣੀ ਵਿੱਚ ਵਾਕ ਪੜ੍ਹਦੇ ਹਾਂ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਉਹਦਾ ਭਾਵ ਕੀ ਹੈ ਕਿ ਜਦੋਂ ਮੈਂ ਗਰਭ ਕਾਲ 'ਚ ਸੀ ਉਦੋਂ ਤੂੰ ਆਪਣਾ ਸਿਮਰਨ ਰੂਪ ਸਹਾਰਾ ਦਿੱਤਾ, ਲਿਵ ਇਕਾਗਰਤਾ ਬਣੀ ਰਹੀ। ਜਦੋਂ ਮੈਂ ਭੌਤਿਕ ਰੂਪ ਦੇ ਵਿੱਚ ਆ ਗਿਆ, ਸਰੀਰ ਕਰਕੇ ਆ ਗਿਆ, ਉਦੋਂ ਤੂੰ ਸਰੀਰਾਂ ਦੁਆਰਾ ਮੇਰਾ ਸੰਗੀ ਬਣਿਆ। ਅਤੇ ਹੁਣ ਜਦੋਂ ਮੈਂ ਸਰੀਰ ਦੇ ਆਕਾਰ ਦੀ ਸਾਰੇ ਭਾਵ ਨੂੰ ਛੱਡ ਕੇ ਕੇਵਲ ਜੋਤ ਰੂਪ ਰਹਿ ਜਾਵਾਂਗਾ, ਉਦੋਂ ਤੂੰ ਮਾਲਕ ਜੋਤ ਰੂਪ ਹੀ ਹੋਵੇਂਗਾ ਅਤੇ ਇਹੀ ਮੇਰਾ ਅਸਲ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਰਿੱਧ ਠਾਓ। ਇਸ ਪ੍ਰਕਾਰ ਹੁਣ ਚਰਨ ਕਮਲ ਰਿੱਧ ਠਾਓ ਦਾ ਇੱਕ ਐਕਸਪੀਰੀਅੰਸ ਆਪ ਦੇ ਸਨਮੁਖ ਰੱਖਦੇ ਹਾਂ। ਜਦੋਂ ਜਿਹੜੇ ਬੰਦਿਆਂ ਦਾ ਕੀਰਤਨ ਸੁਣਨਾ ਬੜਾ ਗਹਿਰਾ ਹੁੰਦਾ ਹੈ, ਇੱਕ ਸਾਡੀ ਅੱਜ ਸਮੱਸਿਆ ਇਹ ਹੈ ਸਾਨੂੰ ਗੱਲਾਂ ਜ਼ਿਆਦਾ ਗਹਿਰੀਆਂ ਸੁਣਨੀਆਂ ਅਤੇ ਕੀਰਤਨ ਗਹਿਰਾ ਨਹੀਂ ਸੁਣਨਾ ਹੁੰਦਾ। ਕੀਰਤਨ ਗਹਿਰਾ ਸੁਣਨਾ ਕੀ ਹੁੰਦਾ? ਹੁਣ ਅਸੀਂ ਜਦੋਂ ਕੀਰਤਨ ਸੁਣਦੇ ਹਾਂ, ਗੁਰਬਾਣੀ ਦਾ ਕੋਈ ਵਾਕ ਲੈ ਲਓ ਕਿ ਜਿਵੇਂ ਕੱਲ੍ਹ ਸ਼ਬਦ ਦਾ ਜ਼ਿਕਰ ਸੀ ਕਿ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਹੁਣ ਇਹ ਹੈ ਇੱਕ ਇਹਦੀ ਗੱਲ ਹੈ ਕਿ ਤਬਲਾ ਵੱਜ ਰਿਹਾ, ਹਾਰਮੋਨੀਅਮ ਚੱਲ ਰਿਹਾ ਅਤੇ ਪੰਗਤੀ ਚੱਲ ਰਹੀ ਅਤੇ ਤੁਹਾਨੂੰ ਰਸ ਆ ਰਿਹਾ। ਇਹ ਕੀਰਤਨ ਸੁਣਨਾ ਹੈ। ਗਹਿਰਾ ਕਿਵੇਂ ਹੁੰਦਾ ਹੈ? ਸਮਝ ਲਓ ਕਿ ਜਦੋਂ ਆਰੰਭ ਦੇ ਵਿੱਚ ਸਾਡਾ ਜੀਵਨ ਹੋਇਆ ਕੋਈ ਗੁਣ ਨਹੀਂ ਸੀ, ਪਰ ਸੰਤ ਤਾਈ ਪੁਰਸ਼ਾਂ ਦੀ ਕਿੰਨਿਆਂ ਦੀ ਸੰਗਤ ਕਰਦੇ ਰਹੇ। ਮਾਤਾ ਦੀ ਸੰਗਤ ਕਰਕੇ ਬੰਦਗੀ ਦਾ ਗੁਣ ਮਿਲਿਆ, ਪਿਤਾ ਦੀ ਸੰਗਤ ਕਰਕੇ ਸੱਚ ਕਹਿਣ ਦਾ ਗੁਣ ਮਿਲਿਆ, ਇਸੇ ਪ੍ਰਕਾਰ ਅਧਿਆਪਕਾਂ ਦੀ ਸੰਗਤ ਕਰਕੇ ਚੰਗੇ ਆਚਰਣ ਦਾ ਗੁਣ ਮਿਲਿਆ। ਇਹ ਸਾਰਾ ਸੰਤਤਾਈ ਗੁਣ ਹੈ ਜਿਨ੍ਹਾਂ ਦੁਆਰਾ ਪ੍ਰਗਟ ਹੋਈ, ਸਾਰਿਆਂ ਦੁਆਰਾ ਪ੍ਰਗਟ ਹੋ ਰਹੀ ਹੈ ਅਤੇ ਉਹਦੇ ਕਰਕੇ ਅਸੀਂ ਗੁਣਾਂ ਦੇ ਸਹਿਤ ਹੋਏ। ਇਹਨੂੰ ਕਹਿੰਦੇ ਸੁਣਦਿਆਂ ਗਹਿਰੇ ਚਲੇ ਜਾਣਾ। ਅਤੇ ਫਿਰ ਕੀਰਤਨ ਸੁਣਨਾ ਰਸ ਨਹੀਂ ਹੁੰਦਾ। ਜਿਹੜਾ ਬੰਦਾ ਕੀਰਤਨ 'ਚ ਗਹਿਰਾ ਜਾਂਦਾ ਹੈ ਉਹਦੀ ਸੁਰਤ ਦਾ ਇਸ਼ਨਾਨ ਹੁੰਦਾ ਕੀਰਤਨ ਦੇ ਵਿੱਚੋਂ, ਅਤੇ ਉਹ ਫਿਰ ਅੰਮ੍ਰਿਤ ਬਾਣੀ ਕਹਿੰਦਾ। ਐਵੇਂ ਥੋੜ੍ਹਾ ਜਿਹੜਾ ਗੁਰਬਾਣੀ ਸਾਹਿਬ ਵਿੱਚ ਕਿਹਾ ਗਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ, ਉਹ ਕੀਰਤਨ ਇੱਕ ਜਰਨੀ ਹੋ ਜਾਂਦੀ ਹੈ ਉਹਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਰਿੱਧ ਠਾਓ। ਜਿਵੇਂ ਕਈ ਵਾਰੀ ਬੰਦਾ ਕੀਰਤਨ ਵਿੱਚ ਲੀਨ ਹੋ ਜਾਏ ਤਾਂ ਉਹਨੂੰ ਨਾ ਆਪਣੇ ਸਰੀਰ ਦੀ ਸਾਰੀ ਸੁੱਧ ਵਿਸਰ ਜਾਂਦੀ ਹੈ। ਤਾਂ ਇੱਕਦਮ ਕੋਈ ਲਾਗੋਂ ਉਹਨੂੰ ਹਿਲਾ ਦੇਵੇ ਜਾਂ ਕੋਈ ਉਹਦੇ ਲਾਗੇ ਖੜਾਕ ਹੋਵੇ ਤਾਂ ਇੱਕਦਮ ਛਟਪਟਾਹਟ ਦੇ ਵਿੱਚ ਉੱਠਦਾ ਹੈ। ਉਹਦਾ ਉੱਠਣਾ ਕੀ ਹੈ ਕਿ ਇਹ ਤੇਰੀ ਸੁਰਤ ਪਾਰਗਾਮੀ ਹੋਣ ਲੱਗੀ ਸੀ, ਜਿੰਨੇ ਤੇਰੀ ਸਰੀਰ ਦੀ ਸੁੱਧ ਨੂੰ ਵਿਸਾਰਿਆ ਅਤੇ ਤੇਰਾ ਰਸ ਬਣਨ ਦਿੱਤਾ। ਅਤੇ ਇਹੀ ਜਦੋਂ ਪੂਰੀ ਵਿਸਰ ਗਈ ਤਾਂ ਜਿਹੜਾ ਮ੍ਰਿਤੂ ਦਾ ਸੰਕਟ ਹੈ ਉਹ ਵੀ ਨਹੀਂ ਰਹੇਗਾ, ਕਿਉਂਕਿ ਤੇਰਾ ਜੀਵਨ ਹੀ ਕੀਰਤਨ ਹੋ ਜਾਏਗਾ। ਅਤੇ ਕੀਰਤਨ ਦੀ ਸੁਰ ਨੇ ਜਿਹੜਾ ਮੌਤ ਦਾ ਸ਼ੋਰ ਹੈ ਉਹਨੂੰ ਮੱਧਮ ਪਾ ਦੇਣਾ ਹੈ। ਤਾਂ ਕਰਕੇ ਗੁਰਬਾਣੀ ਵਿੱਚ ਆਉਂਦਾ ਨਾ ਕਿ ਗੁਰ ਕੈ ਸ਼ਬਦ ਹੈ ਜੇ ਮਰੈ ਤਾਂ ਸਹਿਲਾ ਮਰਨਾ ਹੋਏ, ਕਿਉਂਕਿ ਉਹਦੇ ਜਿਹੜੇ ਅੰਦਰ ਦੇਹ ਦੇ ਟੁੱਟਣ ਦਾ, ਦੇਹ ਦੇ ਭਾਂਡੇ ਦੇ ਵਿਨਸਣ ਦਾ ਡਰ ਪੈਦਾ ਹੋਣਾ ਹੈ। ਉਹਨੂੰ ਕੀਰਤਨ ਨੇ ਐਡਾ ਵੱਡਾ ਟਿਕਾ ਦੇ ਦੇਣਾ ਹੈ ਕਿ ਮਨੁੱਖ ਛਟਪਟਾਹਟ ਨਹੀਂ ਕਰੇਗਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੈਣ ਨਿਹਾਰੋ ਤੁਝ ਕੋ। ਇਸ ਕਰਕੇ ਆਪਣੀ ਦੇਖਣੀ ਦਵੈਸ਼ ਤੋਂ ਰਹਿਤ ਕਰੀਏ। ਆਪਣੀ ਦੇਖਣੀ ਦੇ ਵਿੱਚ ਸਾਡੀ ਕੋਈ ਕਾਮ ਦੀ ਬਿਰਤੀ, ਕਿਸੇ ਵਿਕਾਰਾਂ ਦੀ ਬਿਰਤੀ ਨਾ ਸ਼ਾਮਲ ਹੋਵੇ।
ਜਿਵੇਂ ਕਈ ਵਾਰੀ ਕਿਸੇ ਦੀ ਚੀਜ਼ ਨੂੰ ਲੋਭ ਕਰਕੇ ਦੇਖਦੇ ਹਾਂ, ਕਈ ਵਾਰੀ ਕਾਮ ਕਰਕੇ ਦੇਖਦੇ ਹਾਂ, ਪਰ ਅੱਖਾਂ ਨੇ ਤਾਂ ਕੇਵਲ ਦੇਖਣਾ ਹੀ ਹੈ। ਅੰਦਰ ਬਿਰਤੀ ਕਿਹੜੀ ਪਈ ਹੈ ਇਹ ਨਿਰਣਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਦੀ ਚੀਜ਼ ਨੂੰ ਲੋਭ ਕਰਕੇ ਦੇਖ ਰਿਹਾ, ਕਾਮ ਕਰਕੇ ਦੇਖ ਰਿਹਾ, ਕਿ ਅਹੰਕਾਰ ਕਰਕੇ ਦੇਖ ਰਿਹਾ, ਕਿ ਕ੍ਰੋਧ ਕਰਕੇ ਦੇਖ ਰਿਹਾ, ਕਿ ਮੋਹ ਕਰਕੇ ਦੇਖ ਰਿਹਾ। ਤਾਂ ਇਸੇ ਪ੍ਰਕਾਰ ਜਦੋਂ ਦੇਖਣਾ ਸ਼ਵੱਛ ਹੋਏਗਾ ਫਿਰ ਸੁਣਨਾ ਵੀ ਸ਼ਵੱਛ ਹੋਏਗਾ। ਜਦੋਂ ਅੰਦਰ ਇਹ ਦੋ ਸ਼ਵੱਛ ਚੀਜ਼ਾਂ ਦੇਖ ਕੇ ਸੁਣ ਕੇ ਗਈਆਂ ਨੇ ਫਿਰ ਪ੍ਰਭੂ ਦੀ ਸਿਫਤ ਸਰੂਪ ਉਚਾਰਨ ਪੈਦਾ ਹੋਏਗਾ। ਅਤੇ ਫਿਰ ਜਦੋਂ ਇਹ ਸਾਰੀ ਸਮੁੱਚੀ ਅਵਸਥਾ ਬਣੇਗੀ ਤਾਂ ਫਿਰ ਮਨੁੱਖ ਦੇ ਚਰਨ ਕਮਲ ਹਿਰਦੇ ਵਿੱਚ ਰਮਣ ਵਾਲੀ ਗੱਲ ਹੋਏਗੀ। ਚਰਨ ਕਮਲ ਦਾ ਭਾਵ ਕੀ ਹੈ ਕਿ ਉਹੀ ਗਿਆਨ ਇੰਦਰੇ ਜਿਨ੍ਹਾਂ ਨੂੰ ਦੇਖ ਕੇ ਪਹਿਲਾਂ ਜੀਵਨ ਮੁਰਝਾ ਗਿਆ ਸੀ ਕਿਉਂਕਿ ਪਾਪ ਕਰਦੇ ਰਹੇ, ਹੁਣ ਉਹੀ ਗਿਆਨ ਕਰਮ ਇੰਦਰੀਆਂ ਦੇ ਨਾਲ ਚੰਗਾ ਦੇਖ ਸੁਣ ਸਮਝ ਰਹੇ ਹਾਂ ਅਤੇ ਹੁਣ ਉਹ ਸਾਰੇ ਗਿਆਨ ਇੰਦਰੇ ਖਿੜੇ ਰਹਿੰਦੇ ਹਨ ਅਤੇ ਮਨ ਜਿਹੜਾ ਹੈ ਪ੍ਰਭੂ ਦੀ ਯਾਦ ਕਰਕੇ ਕਮਲ ਵਾਂਗ ਖਿੜ ਗਿਆ। ਕਮਲ ਵਾਂਗ ਖਿੜਨ ਦਾ ਮਤਲਬ ਕਿ ਉਂਝ ਇਹਨਾਂ ਵਿਕਾਰਾਂ ਦੀ ਜੇ ਨਾ ਸੂਝ ਆਉਂਦੀ ਤੇ ਚਿੱਕੜ ਵਿੱਚ ਰਹਿ ਜਾਣਾ ਸੀ, ਪਰ ਜਦੋਂ ਸੂਝ ਆ ਗਈ ਤੇ ਫਿਰ ਚਿੱਕੜ ਦੇ ਵਿੱਚੋਂ ਕਮਲ ਦੇ ਵਾਂਗ ਖਿੜ ਗਏ। ਇਸ ਕਰਕੇ ਚਰਨ ਕਮਲ ਜਿਹੜਾ ਸ਼ਬਦ ਆਉਂਦਾ ਨਾ ਗੁਰਬਾਣੀ 'ਚ, ਇਹਦੀ ਬੜੀ ਡੀਪ ਫਿਲਾਸਫੀ ਹੈ ਕਿ ਇਹ ਕਿਉਂ ਵਰਤਿਆ ਗਿਆ। ਕਿਉਂਕਿ ਸਾਡਾ ਜੀਵਨ ਵਿਖ ਨਾਲ ਭਰਿਆ ਹੈ, ਪਰ ਜੇ ਗੁਰੂ ਸ਼ਬਦ ਨਾਲ ਜੁੜ ਜਾਈਏ ਤਾਂ ਫਿਰ ਚਿੱਕੜ ਦੇ ਵਿੱਚੋਂ ਹੀ ਸਾਡੀ ਗੁਰੂ ਇਹੋ ਜਿਹੀ ਸ਼ਖਸੀਅਤ ਬਣਾ ਦਿੰਦੇ ਹਨ ਜਿਹੜੀ ਬੜੇ ਆਨੰਦ ਵਾਲੀ ਹੁੰਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜ ਦੇਣ, ਕਿਰਪਾ ਕਰਨ। ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।